ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਜਿਤ ਘਟ ਨਾਮ ਨਾ ਊਪਜੈ, ਫੂਟ ਮਰੈ ਜਨ ਸੋਏ। ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਏ। ਰਹਾਉ ਸਾਧ ਮਿਲੈ ਸਿਧ ਪਾਈਐ, ਕੇ ਇਹ ਜੋਗ ਕੇ ਭੋਗ। ਦੋ ਮਿਲ ਕਾਰਜ ਊਪਜੈ, ਰਾਮ ਨਾਮ ਸੰਜੋਗ। ਲੋਗ ਜਾਣੈ ਇਹ ਗੀਤ ਹੈ, ਇਹ ਤਉ ਬ੍ਰਹਮ ਵਿਚਾਰ। ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਕੋਈ ਗਾਵੈ ਕੋ ਸੁਣੈ, ਹਰਿ ਨਾਮ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕੋਈ ਗਾਵੈ ਕੋ ਸੁਣੈ, ਹਰਿ ਨਾਮ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਅਤੇ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ, ਮਹਾਨ ਪਵਿੱਤਰ ਇਤਿਹਾਸਕ ਅਸਥਾਨ ਤੇ ਬਿਰਾਜਮਾਨ, ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਗੋਦ ਵਿੱਚ ਬਿਰਾਜਮਾਨ ਹੋ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹਜ਼ੂਰ ਆਪ ਸਭਨਾ ਸੰਗਤਾਂ ਦੀਆਂ ਸੇਵਾ ਕਾਲ ਥਾਂ ਪਾਉਣ, ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਮਹਾਰਾਜ ਸੰਪੂਰਨ ਕਰਨ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਪ੍ਰਕਾਰ ਗੁਰੂ ਚਰਨਾਂ ਵਿੱਚ ਬਿਰਾਜ ਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਸੋ
जिस प्रकार आप सारी संगत ਨੂੰ पता है कि श्री गुरु ग्रंथ साहब महाराज जी ਦੇ पवित्र बचनां ਦੀ ਲੜੀਵਾਰ कथा विचार ਵਿੱਚ ਆਪਾਂ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਸਾਂਝੀ ਕਰਦੇ ਹਾਂ। ਪਿਛਲੇ ਕਾਫੀ ਸਮੇਂ ਤੋਂ ਲਗਭਗ 2 ਮਹੀਨਿਆਂ ਤੋਂ ਜੋ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੀ ਗੌੜੀ ਰਾਗ ਵਿੱਚ ਬਾਣੀ ਹੈ ਉਸ ਬਾਣੀ ਦੀ ਵਿਚਾਰ ਚੱਲ ਰਹੀ ਹੈ। ਹੁਣੇ ਆਪ ਜੀ ਨੇ ਦਾਸ ਪਾਸੋਂ ਜੋ ਇੱਕ ਪਵਿੱਤਰ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 335 ਤੇ ਇਹ ਸਾਧ ਸੰਗਤ ਦਰਜ ਹੈ। ਸੋ ਆਓ ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਕੀ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਤੋਂ ਪਹਿਲਾਂ ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਪ੍ਰਾਰੰਭ ਕਰੇ। ਰੋਜ਼ਾਨਾ ਦੀ ਤਰ੍ਹਾਂ ਸਨਿਮਰ ਬੇਨਤੀ ਹੈ, ਆਪ ਜੀ ਨੇ ਅੱਜ ਵੀ ਆਸ਼ੀਸ਼ ਦੇਣੀ, ਇਕਾਗਰਤਾ ਬਖਸ਼ਿਸ਼ ਕਰਕੇ ਗੁਰਮਤਿ ਵਿਚਾਰਾਂ ਵਿੱਚ ਸਹਿਯੋਗ ਬਖਸ਼ਿਸ਼ ਕਰਨਾ ਜੀ। ਸੋ ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ, ਪਿਆਰ ਭਿੱਜ ਇਕੱਠੇ ਹੋ ਕੇ ਇੱਕ ਵਾਰ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਵਿਚਾਰਧੀਨ ਸ਼ਬਦ ਜਿਸ ਵਿੱਚ ਭਗਤ ਕਬੀਰ ਸਾਹਿਬ ਰਹਾਉ ਵਾਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਜਦੋਂ ਗੁਰੂ ਦੇ ਦੱਸੇ ਹੋਏ ਮਾਰਗ ਦਰਸ਼ਨ ਤੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਜੀਵ ਚੱਲਦਾ ਹੈ ਔਰ ਸ਼ਬਦ ਦੀ ਬਰਕਤ ਨਾਲ ਆਪਣੀ ਹਉਮੈ ਨੂੰ ਆਪਣੇ ਅੰਦਰੋਂ ਖਤਮ ਕਰ ਲੈਂਦਾ ਹੈ, ਤਾਂ ਫਿਰ ਸੁਰਤ ਵਿੱਚ ਸ਼ਬਦ ਜਿਹੜਾ ਹੈ ਉਹ ਵਸ ਜਾਂਦਾ। ਭਾਵੇਂ ਇਹ ਗੱਲਾਂ ਬਹੁਤ ਸਹਿਲੀਆਂ, ਬਹੁਤ ਆਸਾਨ ਨਹੀਂ, ਪਰ ਨਾਮੁਮਕਿਨ ਵੀ ਨਹੀਂ। ਸਿਰਫ ਵਿਡੰਬਣਾ ਇਹ ਹੈ ਕਿ ਜਿਤਨੇ ਵਿਲ ਨਾਲ, ਜਿਤਨੀ ਚਾਹ ਨਾਲ ਅਸੀਂ ਬਾਕੀ ਕੰਮ ਕਰਨੇ ਆ, ਉਤਨੀ ਚਾਹ ਇਸ ਪਾਸੇ ਬਹੁਤ ਘੱਟ ਜਗਿਆਸੂਆਂ ਨੂੰ ਛੱਡ ਕੇ ਹੁੰਦੀ ਏ। ਲਿਹਾਜ਼ਾ ਨਤੀਜਾ ਵੀ ਬਹੁਤ ਚੰਗਾ ਨਹੀਂ ਨਿਕਲਦਾ। ਜਿਸ ਤਰ੍ਹਾਂ ਅਸੀਂ ਆਪਣੇ ਕਾਰੋਬਾਰ, ਆਪਣੀਆਂ ਹੋਰ ਗੱਲਾਂ ਬਾਤਾਂ, ਹੋਰ ਸਾਰਾ ਜੋ ਸੰਸਾਰ ਦਾ ਸਿਲਸਿਲਾ ਜਿੰਨੀ ਵਿਲ ਨਾਲ, ਜਿੰਨੇ ਦਿਲ ਨਾਲ, ਜਿੰਨੀ ਤਵੱਜੋ ਨਾਲ ਕਰਨੇ ਆ, ਉਨੀ ਤਵੱਜੋ ਰੱਬ ਵਾਲੇ ਪਾਸੇ ਤੇ ਕਿਸੇ ਵਿਰਲੇ ਭਾਗਾਂ ਵਾਲੇ ਦੀ ਹੁੰਦੀ ਹੈ। ਉੱਪਰੋਂ ਪੋਲਾ ਜਿਹਾ ਹੁੰਦਾ ਹੈ ਔਰ ਲਿਹਾਜ਼ਾ ਕੋਈ ਨਤੀਜਾ ਵੀ ਹੱਥ ਨਹੀਂ ਆਉਂਦਾ ਔਰ ਜਗਿਆਸੂ ਨਿਰਾਸ਼ ਤੇ ਉਚਾਟ ਹੋ ਜਾਂਦਾ ਹੈ। ਪਰ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਮਨੁੱਖ ਚੱਲ ਕੇ ਹਰ ਵਕਤ ਖਬਰਦਾਰ ਰਵੇ ਕਿ ਮੈਂ ਅਹੰਕਾਰ ਨੂੰ, ਹਉਮੈ ਨੂੰ ਆਪਣੇ ਨੇੜੇ ਨਹੀਂ ਖਟਕਣ ਦੇਣਾ, ਤਾਂ ਹਉਮੈ ਦੇ ਅਭਾਵ ਵਿੱਚ ਫਿਰ ਸ਼ਬਦ ਸੁਰਤ ਵਿੱਚ ਟਿਕਦਾ ਹੈ। ਔਰ ਜਦੋਂ ਸ਼ਬਦ ਸੁਰਤ ਵਿੱਚ ਟਿਕਦਾ ਹੈ ਤੇ ਉਸ ਅਵਸਥਾ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਹੇ ਅਕਾਲ ਪੁਰਖ ਵਾਹਿਗੁਰੂ ਸੁੰਦਰ ਈਸ਼ਵਰ ਜੀ, ਹੁਣ ਮੇਰਾ ਮਨ ਤੁਹਾਡੀ ਯਾਦ ਰੂਪੀ ਚਰਨਾਂ ਦੇ ਵਿੱਚ ਜੁੜ ਗਿਆ। ਕਦੋਂ ਜੁੜਿਆ? ਜਦੋਂ ਅਹੰਕਾਰ ਦਾ ਅਭਾਵ ਹੋ ਗਿਆ। ਔਰ ਜਦੋਂ ਤੱਕ ਅਹੰਕਾਰ ਦਾ ਅਭਾਵ ਨਹੀਂ ਹੋਇਆ, ਉਦੋਂ ਤੱਕ ਸੁਰਤ ਵਿੱਚ ਸ਼ਬਦ ਨਹੀਂ ਵੱਸਦਾ। ਜਿਸ ਤਰ੍ਹਾਂ ਮੈਂ ਅਕਸਰ ਅਰਜ਼ ਕਰਨਾ ਹੁੰਨਾ ਬਈ ਚਾਨਣ ਤੇ ਹਨੇਰਾ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਕਿਸੇ ਕਮਰੇ ਦੇ ਅੰਦਰ ਤੁਸੀਂ ਚਾਨਣ ਕਰਨਾ ਚਾਹੁੰਦੇ ਹੋ ਔਰ ਤੁਸੀਂ ਸਵਿਚ ਔਨ ਕਰ ਦਿੱਤਾ, ਹੁਣ ਹਨੇਰੇ ਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਵੀ ਤੂੰ ਇੱਥੋਂ ਚਲਾ ਜਾ। ਹਨੇਰੇ ਨੂੰ ਉੱਥੋਂ ਬਾਹਰ ਕੱਢਣ ਲਈ ਕੋਈ ਤਰੱਦਤ ਨਹੀਂ ਕਰਨਾ ਪਏਗਾ, ਹਨੇਰਾ ਆਪਣੇ ਆਪ ਬਾਹਰ ਹੋ ਜਾਏਗਾ। ਪਰ ਹੁਣ ਤੁਸੀਂ ਸਵਿਚ ਨੂੰ ਆਫ ਕਰਦੇ ਹੋ, ਹਨੇਰੇ ਨੂੰ ਬੁਲਾਉਣਾ ਵੀ ਨਹੀਂ ਪੈਂਦਾ।
ਉੱਥੇ ਮੌਜੂਦ ਹੀ ਹੁੰਦਾ। ਜਿਵੇਂ ਹੀ ਸਵਿਚ ਆਫ ਹੋਵੇਗਾ, ਪੂਰੇ ਰੂਮ ਨੂੰ, ਪੂਰੇ ਭਵਨ ਨੂੰ ਉਹ ਆਪਣੇ ਆਗੋਸ਼ ਵਿੱਚ ਲੈ ਲਏਗਾ, ਆਪਣੀ ਗਲਵਕੜੀ ਵਿੱਚ ਲੈ ਲਏਗਾ। ਪਰ ਹੁਣ ਤੁਸੀਂ ਚਾਹੋ, ਇੱਕ ਤੀਜਾ ਸਟੈਪ ਹੈ ਬਈ ਅੱਧੇ ਕਮਰੇ 'ਚ ਚਾਨਣ ਕਰ ਲਈਏ ਤੇ ਅੱਧੇ ਕਮਰੇ 'ਚ ਹਨੇਰਾ ਕਰ ਲਈਏ, ਭਲਾ ਕਿਵੇਂ ਹੋਵੇਗਾ? ਯਾਨੀ ਸਾਡੀ ਇੱਕੋ ਸੁਰਤ ਵਿੱਚ ਅਸੀਂ ਆਪਣੇ ਅਹੰਕਾਰ ਨੂੰ ਵੀ ਨਾ ਮਰਨ ਦਈਏ ਤੇ ਨਾਮ ਨੂੰ ਵੀ ਵਸਾ ਲਈਏ। ਫਿਰ ਹਜ਼ੂਰ ਕਹਿੰਦੇ ਨੇ ਹਉਮੈ ਨਾਵੇਂ ਨਾਲ ਵਿਰੋਧ ਹੈ। ਇਹਨਾਂ ਦਾ ਚਾਨਣ ਤੇ ਹਨੇਰੇ ਵਾਂਗੂ ਵਿਰੋਧ ਹੈ, ਇਹਨਾਂ ਦਾ ਸੱਚ ਤੇ ਝੂਠ ਵਾਂਗੂ ਵਿਰੋਧ ਹੈ। ਕਹਿੰਦੇ ਨੇ ਇੱਕ ਵਾਰੀ ਨਾ ਸੱਚ ਜਿਹੜਾ ਹੈ ਉਹ ਦਰਬਾਰ ਵਿੱਚ ਪੇਸ਼ ਹੋਇਆ, ਪ੍ਰਮਾਤਮਾ ਦੇ ਦਰਬਾਰ ਵਿੱਚ। ਸੱਚ ਤੇ ਝੂਠ ਇਹਨਾਂ ਦਾ ਮੁਕਾਬਲਾ ਹੈ ਨਾ। ਇੱਕ ਵਾਰੀ ਸੱਚ ਦਰਬਾਰ ਵਿੱਚ ਪੇਸ਼ ਹੋਇਆ। ਪੇਸ਼ ਹੋਣ ਦਾ ਕਾਰਨ ਇਹ ਸੀ ਵੀ ਜਦੋਂ ਪ੍ਰਿਥਵੀ ਬਣਾਈ ਨਾ, ਗਲੋਬਲ ਸ੍ਰਿਸ਼ਟੀ ਸਾਜੀ, ਤੇ ਇਹ ਉਹਦੀ ਲੀਲਾ ਹੈ। ਉਹਨ ਵੇਖਿਆ, ਕਹਿੰਦਾ ਵੀ ਕੋਈ ਗਲੈਮਰ, ਕੋਈ ਦਿਲਚਸਪੀ ਜਿਹੀ, ਕੋਈ ਚਹਿਲ ਪਹਿਲ ਜੀ ਨਹੀਂ। ਤੋ ਸਲਾਹਕਾਰਾਂ ਨੇ ਸਲਾਹ ਦਿੱਤੀ ਵੀ ਗੱਲ ਸਮਝਣ ਵਾਸਤੇ ਗਾਥਾ ਕਿਸੇ ਵਿਦਵਾਨ ਨੇ ਲਿਖੀ ਏ। ਉਹ ਕਹਿੰਦੇ ਪ੍ਰਮਾਤਮਾ ਸੱਚ ਤੇ ਝੂਠ ਨੂੰ ਪ੍ਰਿਥਵੀ ਤੇ ਭੇਜ। ਹੁਣ ਸੱਚ ਤੇ ਝੂਠ ਨੂੰ ਭੇਜਿਆ। ਜਦੋਂ ਉਤਰੇ ਤੇ ਕਹਿੰਦੇ ਨੇ ਵੀ ਜਿੱਥੇ ਉਤਰੇ ਬੜੀ ਰਮਣੀਕ ਜਗ੍ਹਾ ਸੀ, ਵਾਦੀਆਂ ਸਨ ਕਸ਼ਮੀਰ ਦੀਆਂ, ਪਾਣੀ ਦਾ ਝਰਨਾ, ਬੜੇ ਦੂਰ ਦੂਰ ਤੱਕ ਸੇਬਾਂ ਦੇ, ਅੰਗੂਰਾਂ ਦੇ, ਨਾਖਾਂ ਦੇ ਬਾਗ, ਬਹਿਸ਼ਤ ਵਰਗਾ ਮਾਹੌਲ ਸੀ। ਪਾਣੀ ਬੜਾ ਨਿਰਮਲ ਸੀ, ਸੁੰਦਰ ਸੀ। ਤੇ ਝੂਠ ਸੱਚ ਨੂੰ ਕਹਿਣ ਲੱਗਾ ਵੀ ਮਿੱਤਰਾ ਪਾਣੀ ਕਿੱਡਾ ਵਧੀਆ, ਆਪਾਂ ਇਸ਼ਨਾਨ ਕਰ ਲਈਏ। ਸੱਚ ਕਹਿਣ ਲੱਗਾ ਵੀ ਕਰ ਲੈਂਦੇ ਆ। ਸੱਚ ਭੋਲਾ ਹੁੰਦਾ, ਝੂਠ ਥੋੜਾ ਜਿਹਾ ਕਲੈਵਰ ਹੁੰਦਾ। ਦੋਵੇਂ ਇਸ਼ਨਾਨ ਕਰਨ ਲੱਗ ਪਏ। ਝੂਠ ਨੇ ਕੀ ਕੀਤਾ, ਝਟਪਟ ਪਾਣੀ 'ਚ ਵੜ ਕੇ ਡੁਬਕੀ ਲਾਈ ਤੇ ਝਟਪਟ ਬਾਹਰ ਨਿਕਲ ਕੇ ਤੇ ਸੱਚ ਦੇ ਕੱਪੜੇ ਪਾਣੇ ਸ਼ੁਰੂ ਕਰ ਦਿੱਤੇ। ਹੁਣ ਸੱਚ ਭੋਲਾ ਸਮਝਦਾ ਵੀ ਇਹ ਭੁਲੇਖੇ ਨਾਲ ਪਾ ਰਿਹਾ, ਭੁਲੇਖੇ ਨਾਲ ਪਾ ਰਿਹਾ। ਉਹ ਨਾਲੇ ਨਹਾਉਂਦਾ ਤੇ ਨਾਲੇ ਹੱਸਦਾ, ਕਹਿੰਦਾ ਭਰਾ ਭੁਲੇਖੇ ਨਾਲ ਕੱਪੜੇ ਮੇਰੇ ਪਾ ਰਿਹਾ। ਹੁਣ ਉਹ ਭੁਲੇਖੇ ਨਾਲ ਪਾ ਰਿਹਾ ਹੋਵੇ ਤੇ ਉਹ ਰੁਕੇ, ਉਹ ਤੇ ਜਾਣ ਬੁੱਝ ਕੇ ਪਾ ਰਿਹਾ ਸੀ। ਸੱਚ ਨੂੰ ਉਹਨੇ ਤਿਆਰ ਵੀ ਨਾ ਹੋਣ ਦਿੱਤਾ ਤੇ ਝੂਠ ਸੱਚ ਦੇ ਕੱਪੜੇ ਪਾ ਕੇ ਉਥੋਂ 9-2-11 ਹੋ ਗਿਆ। ਹੁਣ ਉਹ ਉਹਨੂੰ ਲੱਭਦਾ ਫਿਰਦਾ ਉਦੋਂ ਦਾ, ਤੇ ਉਹ ਲੱਭਦਾ ਹੀ ਕੋਈ ਨਹੀਂਗਾ। ਝੂਠ ਸੱਚ ਦੇ ਕੱਪੜੇ ਪਾਈ ਫਿਰਦਾ। ਸੱਚ ਤੁਸੀਂ ਸਮਾਜ ਵਿੱਚ ਦੇਖਦੇ ਹੋ ਨਾ, ਜਿਹੜਾ ਬੰਦਾ ਸੱਚੀ ਮੁੱਚੀ ਠੀਕ ਹੈ ਉਹ ਲੋਕਾਂ ਦੀ ਨਿਗਾਹ 'ਚ ਠੀਕ ਕੋਈ ਨਹੀਂ ਹੁੰਦਾ, ਔਰ ਜਿਹੜਾ ਬੰਦਾ ਠੀਕ ਕੋਈ ਨਹੀਂ, ਮੈਨੂੰ ਖਿਮਾ ਕਰਨਾ, ਉਹ ਆਪਣੇ ਨੰਬਰ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ। ਹੁਣ ਸੱਚ ਨੇ ਫਰਿਆਦ ਕੀਤੀ, ਮਹਾਰਾਜ ਮੇਰਾ ਤੇ ਬੜੀ ਦੁਰਦਸ਼ਾ ਹੈ, ਲੋਕ ਮੈਨੂੰ ਝੂਠ ਸਮਝ ਕੇ ਮੇਰਾ ਤਿਰਸਕਾਰ ਕਰਦੇ ਨੇ। ਉਹ ਕਹਿੰਦਾ ਪਰ ਜਿਹਦੇ ਨਾਲ ਤੈਨੂੰ ਗਿਲਾ ਹੈ ਉਹਨੂੰ ਮੇਰੇ ਕੋਲ ਲੈ ਕੇ ਆ ਝੂਠ ਨੂੰ। ਹੁਣ ਝੂਠ ਕੋਲ ਜਾਏ ਤੇ ਫਿਰ ਫੈਸਲਾ ਹੋਵੇ। ਝੂਠ ਲੱਭਦਾ ਹੀ ਕੋਈ ਨਹੀਂਗਾ। ਤੋ ਇਹ ਦੋਵੇਂ ਇਕੱਠੇ ਹੋ ਹੀ ਨਹੀਂ, ਕਿਉਂਕਿ ਸੱਚ ਦੇ ਸਾਹਮਣੇ ਝੂਠ ਟਿਕ ਹੀ ਨਹੀਂ ਸਕਦਾ, ਆਉਂਦਾ ਹੀ ਕੋਈ ਨਹੀਂਗਾ। ਚਾਨਣ ਦੇ ਸਾਹਮਣੇ ਹਨੇਰਾ ਟਿਕ ਹੀ ਨਹੀਂ ਸਕਦਾ, ਲਿਹਾਜ਼ਾ ਉਹ ਆਉਂਦਾ ਹੀ ਕੋਈ ਨਹੀਂਗਾ। ਤੋ ਜਿਵੇਂ ਸੱਚ ਤੇ ਝੂਠ ਦਾ ਜੋੜ ਨਹੀਂ, ਹਨੇਰੇ ਤੇ ਚਾਨਣ ਦਾ ਜੋੜ ਨਹੀਂ ਪਿਆਰਿਓ, ਠੀਕ ਇਸੇ ਤਰ੍ਹਾਂ ਹਉਮੈ ਨਾਵੇਂ ਨਾਲ ਵਿਰੋਧ ਹੈ। ਦੋਏ ਨਾ ਵਸੈ ਇੱਕ ਥਾਂ। ਤੁਸੀਂ ਕਹੋ ਦੋਵਾਂ ਨੂੰ ਇੱਕੋ ਪਲੇਟਫਾਰਮ ਤੇ ਰੱਖਣਾ, ਇਹ ਨਹੀਂ ਹੋ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਪਹਿਲੀ ਵਾਰ ਪਾਟਲੀਪੁੱਤਰ ਗਏ ਨਾ, ਜਿਹਦਾ ਅੱਜ ਕੱਲ੍ਹ ਨਾਂ ਪਟਨਾ ਹੈ ਤੇ ਅਸੀਂ ਅਦਬ ਨਾਲ ਪਟਨਾ ਸਾਹਿਬ ਕਹਿੰਦੇ ਆ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ, ਇਸ ਲਈ ਅਦਬ ਨਾਲ ਅਸੀਂ ਸਾਹਿਬ ਵੀ ਲਾ ਦਿੰਦੇ ਆ। ਧਿਆਨ ਦਿਆ ਜੇ, ਜਦੋਂ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਵਸਾਈਏ, ਹਉਮੈ ਦਾ ਅਭਾਵ ਹੋ ਜਾਂਦਾ ਹੈ, ਔਰ ਫਿਰ ਅੰਦਰ ਸੁਰਤ ਟਿਕਦੀ ਹੈ। ਹਉਮੈ ਅੰਦਰ ਟਿਕੀ ਹੈ ਤੇ ਨਾਮ ਨਹੀਂ ਟਿਕਦਾ, ਨਾਮ ਟਿਕ ਜਾਏ ਤੇ ਹਉਮੈ ਨਹੀਂ ਆਉਂਦੀ। ਚਾਨਣ ਹੋ ਜਾਏ ਤੇ ਹਨੇਰੇ ਦੀ ਹਿੰਮਤ ਨਹੀਂ ਕਮਰੇ 'ਚ ਆ ਜਾਏ, ਪਰ ਜੇ ਲਾਈਟ ਆਫ ਕਰ ਦਈਏ ਫਿਰ ਹਨੇਰਾ ਸੱਦਣਾ ਵੀ ਨਹੀਂ ਪੈਂਦਾ, ਫਿਰ ਉਹ ਆ ਜਾਂਦਾ। ਹਜ਼ੂਰ ਪਾਟਲੀਪੁੱਤਰ ਗਏ ਪਹਿਲੀ ਵਾਰ, ਔਰ ਬਾਰ-ਬਾਰ ਜਾ ਕੇ ਡੇਰਾ ਕੀਤਾ। ਰਸਤੇ ਵਿੱਚ ਮਹਾਰਾਜ ਨੂੰ ਇੱਕ ਪੱਥਰ, ਇੱਕ ਨਗੀਨਾ ਪ੍ਰਾਪਤ ਹੋਇਆ ਸੀ ਤੇ ਮਹਾਰਾਜ ਨੇ ਉਹ ਦੇ ਕੇ ਬਾਜ਼ਾਰ ਵਿੱਚ ਭੇਜਿਆ ਸੀ। ਮਰਦਾਨਿਆਂ ਤੂੰ ਕਈ ਦਿਨਾਂ ਦਾ ਭੁੱਖ ਕਰਨਾ, ਇਹ ਲੈ ਜਾ ਤੇ ਇਹਦੇ ਨਾਲ ਧਨ ਲੈ ਕੇ ਤੇ ਜੋ ਵਸਤੂ ਖਰੀਦਣੀ ਹੈ ਖਰੀਦ ਲੈ। ਹੁਣ
ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਜਦੋਂ ਲੈ ਕੇ ਗਿਆ ਪੁੱਛਦਾ ਜੌਹਰੀਆਂ ਦੀ ਦੁਕਾਨ, ਜੌਹਰੀਆਂ ਦਾ ਵੱਖਰਾ ਬਾਜ਼ਾਰ ਸੀ। ਉਹਨਾਂ ਨੇ ਵੇਖਿਆ ਤੇ ਵੇਖ ਕੇ ਨਮਸਕਾਰ ਕੀਤੀ, ਕਹਿਣ ਲੱਗੇ ਜੀ ਸਾਡੇ ਕੋਲ ਇਹਨੂੰ ਖਰੀਦਣ ਦੀ ਹੈਸੀਅਤ ਨਹੀਂ। ਸਾਰਿਆਂ ਨੇ ਪਤਾ ਸਾਲਸਰਾਏ ਜੌਹਰੀ ਦਾ ਦੱਸਿਆ, ਉਹ ਮੰਨਿਆ ਪ੍ਰਮੰਨਿਆ ਜਿਹੜਾ ਹੈ ਉਹ ਸਰਾਫ ਸੀ। ਉਹਨੇ ਜਿਸ ਵੇਲੇ ਵੇਖਿਆ, ਦਰਸ਼ਨ ਕੀਤੇ ਤੇ ਪੁੱਛਿਆ ਭਾਈ ਤੂੰ ਕੌਣ ਹੈ? ਆਖਿਆ ਜੀ ਮੈਂ ਗੁਰੂ ਨਾਨਕ ਦਾ ਰਬਾਬੀ ਹਾਂ, ਗੁਰੂ ਨਾਨਕ ਦਾ ਕੀਰਤਨੀ ਹਾਂ। ਕਮਾਲ ਹੋ ਗਈ ਏ। ਇਸ ਤਰ੍ਹਾਂ ਦਾ ਪੱਥਰ ਤੇ ਕਹਿੰਦੇ ਖਵਾਂਦੇ ਚੱਕਰਵਰਤੀ ਸਮਰਾਟਾਂ ਕੋਲ ਨਹੀਂ ਹੁੰਦਾ, ਤੇ ਤੇਰੇ ਕੋਲੇ ਪੱਥਰ ਹੈ। ਆਖਣ ਲੱਗਾ ਜੀ ਵੇਚਣਾ। ਉਹਨੇ ਚੰਗੀ ਤਰ੍ਹਾਂ ਪਲਟ ਉਲਟ ਕੇ ਵੇਖਿਆ ਤੇ ਇਤਿਹਾਸ ਕਹਿੰਦਾ ਉਹਨਾਂ ਜ਼ਮਾਨਿਆਂ 'ਚ ਉਹਨੇ 100 ਰੁਪਈਆ ਦਿੱਤਾ ਤੇ ਪੱਥਰ ਵੀ ਮੋੜ ਦਿੱਤਾ। ਕਹਿਣ ਲੱਗਾ ਇਹਨੂੰ ਖਰੀਦਣ ਦੀ ਮੇਰੀ ਹੈਸੀਅਤ ਨਹੀਂ, ਇਹ ਦਰਸ਼ਨ ਭੇਟਾ। ਔਰ ਅੱਜ ਤੋਂ ਲਗਭਗ 500 ਸਾਲ ਪਹਿਲਾਂ। ਕਿਉਂ? ਕਿਉਂਕਿ ਪਾਰਖੂ ਸੀ। ਜੇ ਕਿਸੇ ਮੇਰੇ ਵਰਗੇ ਦੇ ਹੱਥ ਹੁੰਦਾ, ਉਹ ਜ਼ਮੀਨ ਤੇ ਸੁੱਟ ਕੇ ਉਹਦੀ ਬੌਲ ਬਣਾ ਕੇ ਠੁੱਡੇ ਮਾਰਦਾ। ਗੱਲ ਤੇ ਪਾਰਖੂ ਦੀ ਹੈ ਨਾ। ਕਈ ਵਾਰ ਮਾਰਕ ਮੋਤੀ ਬੀਤਰੇ ਅੰਧਾ ਨਿਕਸਿਓ ਜਾਏ ਔਰ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਵਾਲੀ ਵੀ ਅਵਸਥਾ ਬਣਦੀ ਹੈ। ਕਈ ਵਾਰ ਬੰਦੇ ਨੂੰ ਹੀਰਾ ਮਿਲ ਜਾਂਦਾ, ਹੀਰਾ ਮੀਨ ਬਹੁਤ ਚੰਗਾ ਇਨਸਾਨ ਕੋਈ ਮਿਲ ਜਾਂਦਾ, ਪਰ ਅੱਖਾਂ ਨਹੀਂ ਹੁੰਦੀਆਂ, ਉਹਨੂੰ ਪਰਖ ਨਹੀਂ ਹੁੰਦੀ। ਜੇ ਕਿਤੇ ਪਰਖ ਹੋਵੇ, ਅੱਖਾਂ ਹੋਣ ਤੇ ਉਹ ਅਦਬ ਕਰੇ, ਉਹ ਲਾਡ ਪਿਆਰ ਕਰੇ। ਅੱਖਾਂ ਤੋਂ ਬਿਨਾਂ ਕਈ ਵਾਰ ਹੀਰੇ ਵਰਗੇ ਲੋਕ ਵੀ ਸਾਡੇ ਜੀਵਨ ਚੋਂ ਆ ਕੇ ਲੰਘ ਜਾਂਦੇ। ਮਹਾਰਾਜ ਉਹਨੇ 100 ਰੁਪਈਆ ਦਰਸ਼ਨ ਭੇਟਾ ਦਿੱਤੀ। ਮੈਂ ਨਾਵੇਂ ਨਾਲ ਵਿਰੋਧ ਹੈ, ਮੈਂ ਇਹਨੂੰ ਐਕਸਪਲੇਨ ਕਰ ਦਿਆਂ। ਮੁਲਾਕਾਤ ਹੋਈ, ਆਖਿਆ ਮੈਨੂੰ ਵੀ ਬਾਬਾ ਜੀ ਦੇ ਦਰਸ਼ਨ ਕਰਾਓ। ਬਾਜ਼ਾਰ ਵਿੱਚ ਲੈ ਗਏ, ਦੁਕਾਨ ਤੇ ਆਓ ਭਗਤ ਕੀਤੀ। ਅਧਰਕਾ ਨਾਮ ਦਾ ਸੇਵਕ ਸੀ ਸਾਲਸਰਾਏ ਜੌਹਰੀ ਦਾ, ਉਹਦੇ ਨੌਕਰ ਦਾ ਨਾਂ ਸੀ ਅਧਰਕਾ। ਅਧਰਕੇ ਨੇ ਹੀ ਜਲ ਪਾਣੀ ਛਕਾਇਆ, ਅਧਰਕੇ ਨੇ ਹੋਰ ਸੇਵਾਵਾਂ ਕੀਤੀਆਂ। ਔਰ ਉਹਦੀ ਅੰਦਰਲੀ ਅੰਤਸ਼ ਕਰਨ ਦੀ ਬਿਰਤੀ ਵੇਖ ਕੇ ਨਾ ਪਿਆਰਿਓ, ਮਹਾਰਾਜ ਉਹਦੇ ਤੇ ਤਰੁੱਟ ਪਏ। ਗੁਰੂ ਨਾਨਕ ਨੇ ਸਾਲਸਰਾਏ ਜੌਹਰੀ ਦੇ ਨੌਕਰ ਨੂੰ ਨਾਮਦਾਨ ਦੇ ਦਿੱਤਾ। ਹੁਣ ਇਹ ਛੋਟੀ ਗੱਲ ਨਹੀਂ, ਕਿਸੇ ਨੂੰ ਨਾਮਦਾਨ ਦੇ ਦੇਣਾ ਇਹ ਛੋਟੀ ਗੱਲ ਨਹੀਂ, ਕਿਉਂਕਿ ਦਾਨਾ ਸਿਰ ਦਾਨ, ਨਾਮਦਾਨ ਇਹ ਬਹੁਤ ਵੱਡਾ ਦਾਨ ਹੈ ਪਿਆਰਿਓ। ਹੁਣ ਸਾਲਸਰਾਏ ਜੌਹਰੀ ਦੀ ਨਿਮਰਤਾ ਵੇਖ ਕੇ ਇਹਦੇ ਨਾਲ ਜੁੜਦੀ ਮੈਂ ਇੱਕ ਬੇਨਤੀ ਕਰਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਅਕਾਲੀ ਫੂਲਾ ਸਿੰਘ ਕਹਿਣ ਲੱਗੇ ਅੰਮ੍ਰਿਤਸਰ ਆ ਕੇ ਵੀ ਮਹਾਰਾਜ ਸਾਡੀ ਰਾਜਧਾਨੀ ਸਿੱਖ ਧਰਮ ਦੀ ਰਾਜਧਾਨੀ ਜਿਹੜੀ ਹੈ ਲਾਹੌਰ, ਉੱਥੇ ਦਰਸ਼ਨ ਦਿਓ, ਨਾਲੇ ਲੰਗਰ ਪਾਣੀ ਛਕੋ। ਤੇ ਅਕਾਲੀ ਫੂਲਾ ਸਿੰਘ ਨੇ ਤਾਰੀਖ ਦੇ ਦਿੱਤੀ। ਪੰਜਾਂ ਪਿਆਰਿਆਂ ਸਮੇਤ ਅਕਾਲੀ ਫੂਲਾ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ। ਆਓ ਭਗਤ ਹੋਈ, ਯੋਗ ਜਗ੍ਹਾ ਤੇ ਬਿਠਾਇਆ ਔਰ ਘਰ ਦੇ ਵਿੱਚ ਜਿਹੜੇ ਸੇਵਾਦਾਰ ਸਨ ਉਹਨਾਂ ਨੇ ਹੱਥ ਧਵਾਏ, ਫਿਰ ਲੰਗਰ ਪਾਣੀ ਛਕਾਇਆ, ਫਿਰ ਹੱਥ ਧਵਾਏ। ਤੇ ਜਦੋਂ ਵਿਹਲੇ ਹੋ ਕੇ ਅਰਦਾਸ ਕਰਨ ਲੱਗੇ ਨਾ ਅਕਾਲੀ ਫੂਲਾ ਸਿੰਘ, ਤੇ ਉਹ ਜਿਹੜਾ ਨੌਕਰ ਜਿਆਦੀ ਸੇਵਾ ਕਰ ਰਿਹਾ ਸੀ ਉਹਨੂੰ ਕੋਲ ਸੱਦ ਕੇ ਕਹਿਣ ਲੱਗੇ ਬੇਟਾ ਇੱਧਰ ਆ। ਜੀ ਜਥੇਦਾਰ ਜੀ ਦੱਸੋ ਪੁੱਤਰ ਤੇਰਾ ਨਾਂ ਕੀ ਹੈ? ਉਹਨੇ ਨਾਂ ਦੱਸਿਆ। ਜਥੇਦਾਰ ਸਾਹਿਬ ਨੇ ਜਦੋਂ ਅਰਦਾਸ ਕੀਤੀ ਤੇ ਉਸ ਸੇਵਾਦਾਰ ਦੇ ਨਾਂ ਦਾ ਜ਼ਿਕਰ ਕੀਤਾ, ਹੈ ਵਾਹਿਗੁਰੂ ਅੰਨ ਪਾਣੀ ਗੁਰੂ ਕਾ, ਤੇ ਟਹਿਲ ਸੇਵਾ ਉਸ ਨੌਕਰ ਦਾ ਨਾਂ ਲੈ ਕੇ ਅਰਦਾਸ ਸੰਪन्न ਕਰ ਦਿੱਤੀ। ਕੁਰਸੀ ਢਾਹ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਬੈਠਾ ਸੀ, ਪੰਗਤ ਥੱਲੇ ਲੱਗੀ ਹੋਈ, ਰਣਜੀਤ ਸਿੰਘ ਕੁਰਸੀ ਤੇ ਚੜ ਕੇ ਬੈਠਾ। ਆਖਣ ਲੱਗਾ ਅਕਾਲੀ ਜੀ ਮੇਰਾ ਤਾਂ ਜ਼ਿਕਰ ਹੀ ਕੋਈ ਨਹੀਂ ਜੇ ਕੀਤਾ। ਤੇ ਅਕਾਲੀ ਫੂਲਾ ਸਿੰਘ ਕਹਿਣ ਲੱਗੇ ਰਣਜੀਤ ਸਿੰਘ ਇਹ ਦੱਸ ਵੀ ਇਹ ਜਿਹੜਾ ਰਿਜ਼ਕ ਹੈ, ਜਿਹੜਾ ਰਾਜ ਭਾਗ ਹੈ, ਇਹ ਕਿਹਦਾ ਹੈ? ਉਹ ਸੁਚੇਤ ਸੀ ਵੀ ਗੁਰਮਤਿ ਐਂਗਲ ਤੋਂ ਬੋਲਣਾ ਹੈ। ਕਹਿਣ ਲੱਗਾ ਜੀ ਪ੍ਰਮਾਤਮਾ ਦਾ। ਅੱਛਾ ਇਹ ਤੇ ਸਭ ਪ੍ਰਮਾਤਮਾ ਦਾ, ਤੂੰ ਕੁਛ ਕੀਤਾ? ਨਹੀਂ ਜੀ ਮੈਂ ਤੇ ਕੁਛ ਨਹੀਂ ਕੀਤਾ। ਕਹਿਣ ਲੱਗੇ ਫਿਰ ਤੇਰੀ ਕਾਹਦੀ ਅਰਦਾਸ ਕਰੀਏ? ਅਰਦਾਸ ਤੇ ਉਹਦੀ ਕਰਾਂਗੇ ਜਿਹਨੇ ਸੇਵਾ ਕੀਤੀ ਹੈ। ਉਕਾਈ ਦੀ ਸਮਝ ਆਈ ਤੇ ਆਖਿਆ ਜੀ ਫਿਰ 1 ਤਰੀਕ ਹੋਰ ਦਿਓ। ਦੁਬਾਰਾ ਜਥੇਦਾਰ ਸਾਹਿਬ ਗਏ ਤੇ ਹੱਥੀ ਰਣਜੀਤ ਸਿੰਘ ਨੇ ਰਾਣੀਆਂ ਨੂੰ ਨਾਲ ਲੈ ਕੇ ਸੇਵਾ ਕੀਤੀ ਤੇ ਫਿਰ ਅਕਾਲੀ ਫੂਲਾ ਸਿੰਘ ਨੇ ਉਹਦੀ ਅਰਦਾਸ ਕੀਤੀ। ਤੋ ਇੱਥੇ ਖੇਡ ਸਾਰੀ ਵਿਨਮਰਤਾ ਦੀ ਹੈ, ਪਦਾਰਥਾਂ ਦੀ ਨਹੀਂ। ਸਾਡੇ ਇੱਥੇ ਸਨਾਤਨ ਮੱਤ ਤੋਂ ਇੱਕ ਪਰੰਪਰਾ ਆਈ ਹੈ ਵੀ ਜਿਹਨੇ ਜਿਹੜਾ ਪ੍ਰਸ਼ਾਦਾ ਛਕੇ ਉਹਨੂੰ ਧਨ ਵੀ ਦੇਣਾ। ਉਹਦੇ ਚ ਕੀ ਅੰਤਰੀ ਭਾਵ ਸੀ ਵੀ ਉਹ ਆਹੋ ਭਾਵ ਹੈ, ਤੁਹਾਡਾ ਧੰਨਵਾਦ ਹੈ, ਤੁਸੀਂ ਇਹ ਭੋਜਨ ਅੰਗੀਕਾਰ ਕੀਤਾ, ਤੁਸੀਂ ਇਸ ਭੋਜਨ ਨੂੰ ਛਕਣਾ ਸਵੀਕਾਰ ਕੀਤਾ, ਇਸ ਲਈ ਤੁਹਾਡਾ ਧੰਨਵਾਦ। ਇਹ ਥੋੜਾ ਜਿਹਾ ਤੁਹਾਡਾ ਮਾਨ ਤਾਨ ਹੈ।
तो ये रिजक ते ओहदा है, वो तो बंदा जिथे भी बैठा ਉਹਦੇ ਮੂੰਹ ਚੱਪੜ ਜਾਣਾ है। किते ਉਹਨੇ आख्या भी क्या लड्डू क्या मिठा संगो लथा, तंदूर विच ते बालन ही पाना है ना, भावें चंदन दीआं लकड़ां नाल इहनूं ता लो ते भावें किक्कर दे सक्कां नाल ता लो, फर्क कोई बहुता नहीं पैंदा। जिवें दा हुण दौर चलदा किक्कर दे सक्कां वाला ठीक रह जांदा है, भाव सादा खाण वाला ठीक रह जांदा है, ज्यादा खाण वाला कई तरह दीआं बीमारियां च मोड़ लैंदा है। खैर मेरा वो विशा नहीं। अधरके नूं सालसराय जौहरी दे नौकर नूं महाराज ने नामदान दिता ते सालसराय कहन लगा महाराज दुकान मेरी, नौकर मेरा, सेवा विच योगदान मेरा, नामदान नौकर नूं मिल गया, मैनूं भी दिओ। हुण उत्थे बड़ी सोहणी इह घटना वापरी, कंन ते मन दोवें दे के सुणिओ। अज सारे सालसराय जौहरी जिहड़े रोग दा शिकार सी, असीं सारे उस रोग दा शिकार आ। महाराज कहन लगे सालसराय नामदान तेनू भी मिलेगा, पर तेनू एक काम करना पएगा, नाम तेरी सुरत विच भी टिकेगा, तेरी अवस्था भी बनेगी सावल सुंदर रामैया मेरा मन लागा तोहे, पर ओदे लई तेनू एक काम करना पएगा। महाराज की? हजूर कहन लगे सालसराय आ जिहड़ा अधरका है कौन है? मेरा नौकर है। महाराज कहन लगे एदे चरनां ते मत्था टेक। हुण सालसराय एकदम पैरां तो सिर तक हिल गया, सारा बाजार इकट्ठा होया सी। पटना साहब विच सालसराय जौहरी नालों वड्डा कोई जौहरी नहीं सी, ਉਹਦਾ ਮਾਨ ਤਾਨ ਸੀ, ਉੱਥੇ ਉਹਦਾ ਸਟੇਟਸ ਸੀ। ਸੋਚੀ ਪੈ ਗਿਆ। ਹਜ਼ੂਰ ਕਹਿਣ ਲੱਗੇ ਕੀ ਸੋਚ ਰਹੇ ਹੋ? ਆਖਣ ਲੱਗੇ ਮਹਾਰਾਜ ਕੋਈ ਹੋਰ ਵਿਕਲਪ ਨਹੀਂ ਇਹਦਾ, ਮੈਂ ਕੋਈ ਭੰਡਾਰਾ ਲਾ ਦਿਆਂ, ਕੋਈ ਹੋਰ ਧਨ ਦੀ ਤੁਹਾਡੀ ਸੇਵਾ ਕਰ ਦਿਆਂ, ਕੋਈ ਬਸਤਰ ਤੁਹਾਨੂੰ ਸੋਹਣੇ ਲਿਆ ਦਿਆਂ, ਜੋੜਾ ਲਿਆ ਦਿਆਂ ਪੈਰਾਂ 'ਚ ਪਾਉਣ ਲਈ, ਕੋਈ ਤੁਹਾਡੀ ਹੋਰ ਸੇਵਾ ਕਰ ਦੇਣਾ। ਜਿਸ ਤਰ੍ਹਾਂ ਅੱਜ ਅਸੀਂ ਕਹਿੰਦੇ ਹਾਂ ਬਈ ਲੰਗਰ ਲਾ ਦਿਆਂਗੇ, अखंड पाठ करा देंगे, सहज पाठ करा देंगे, होर जो कहोगे करा देंगे, पर तुसी सानू कहो भी तुसी बैठ के बाणी सुनो, कीर्तन सुनो, कथा सुनो। बहुत टावें जिहड़ियां रूहां तुहाडे वर्गियां दे दर्शन हुंदे ने, उन्हां नूं छड्ड के बहुत औखा है। तुसी दूर ना जाओ, मैं ते अपने लाणे दी गल करना। 8 घंटे पाठां दीयां रौलां लाण वालियां नूं कहो 8 मिनट बैठ के सुन लै, वो कहंदा टाइम ही कोई नहींगा, नहीं सुनेगा। कथा वाला कीर्तन नहीं सुनेगा, क्षमा करना कीर्तन वाला मजबूरी तो बिना कथा नहीं सुनेगा। भज जाते हैं जिवें सबूती भूडां दी खक्खड़ पिछे लगी होवे। माड़ा असर पैंदा संगत ते, कम्यूनिटी नूं गलत मैसेज आता। एक परंपरा हुंदी सी साडी, जिन्हें कथा करनी आसा की वार दी तो बाद उन्हें 10-15 मिनट पहला आके संगत विच बैठना। हुण असीं समझना भी जे रागी कीर्तन कर रहा असीं उहदे सामने बैठ के सुनिया ते असीं ते छोटे हो जाएंगे। देखो जी, वो कथावाचक ते उन्हां दा कीर्तन सुन रहा सी, कीर्तन वाला कहंदा भी हुण कथा शुरू हो गई, जे मैं सामने बैठ के 15 मिनट 10 मिनट सुनी तो मैं तो कलाकार नहीं रहना, मैं तो छोटा हो जाऊंगा। ये ईगो है। टाइम टूम दे ते बहाने ने, भज ने, इधर उधर कंधां 'च ही वजना हुंदा, टाइम फालतू वेस्ट करना हुंदा। होर इन्ना कोई टाइम भी बहुत वड्डे किते प्रेजिडेंट की पोस्ट ते असीं लगे हां, साडे कोल इन्ना भी टाइम नहीं। ये एक बिरती है, ईगो की बिरती। महाराज इन्हां सारियां दे सामने मैं नौकर नूं मत्था टेकां? महाराज कहन लगे जे नाम लेना है ते नौकर नूं मत्था टेकना पए। हुण वजह की सी? वजह यह सी सालसराए धनवान होण दा हंकार तेरे अंदर चौंकड़ी मार के बैठा है, हंकार अंदर बैठा है। हुण जिन्ना चिर वो हंकार अंदरों मैं हूंज के बाहर ना कड्डां, उत्थे नाम किवें टिके? क्योंकि हौमे नावे नाल विरोध है। जे मैं नाम नूं अंदर रख भी दियां ते वो टिक नहीं सकता, क्योंकि अंदर ईगो बैठी है। इसलिए इहनूं मत्था टेक, तेरा अहंकार चकनाचूर होवेगा। महाराज मेरा नौकर है, मेरे टुकड़ियां ते पलदा है। वो कहण लगे यही तेरे अहंकार नूं खंड खंड कर सकदा, होर कोई कर भी नहीं सकदा। जदों तू इहनूं मत्था टेकेगा, सारा बाजार वेखेगा, सारे तेरे शराफा बाजार दे सुनियारे वेखणगे, जौहरी वेखणगे, उदों तेरे अंदरों ये टुटेगा। इहनूं तोड़ना है। ਅਸੀਂ जिन्ने काम करने आ इनू मोटा करने वास्ते करने। बड़ी वड्डी कोठी बना लीए ते ਉਹ ਵਿਖਾਣੀ है हेठां भी उतां भी, वेख मेरा मकान किड्डा वड्डा है। होर कोई चंगी मोटर ले आंदी ਉਹ ਵਿਖਾਣੀ है। जे बच्चा चंगे बैंड लै गया, चंगे मार्क्स लै गया, ਉਹ लोकां नूं दस। यानी तुसीं कदी आत्म मंथन करिओ भी ਅਸੀਂ जिन्ने काम करने आ सारे अहंकार नूं होर मोटा करने वास्ते, जदों कि गुरमत सानूं कहंदी है भी जिन्ने काम करने ने इहनूं छोटा करने वास्ते कर।
ਸਾਲਸਰਾਏ ਜੌਹਰੀ ਨੇ ਅਧਰਕੇ ਨੂੰ ਮੱਥਾ ਟੇਕ ਦਿੱਤਾ, ਗੁਰੂ ਨਾਨਕ ਦੇ ਆਖੇ ਲੱਗ ਕੇ। ਪਰ ਸਾਨੂੰ ਕੋਈ ਆਖੇ ਵੀ ਆਪਣੇ ਨੌਕਰ ਨੂੰ ਮੱਥਾ ਟੇਕੋ, ਪੈਂਤੜਾ ਬਦਲ ਕੇ ਵੀ ਐਗਜ਼ਾਮ ਹੋ ਸਕਦਾ ਹੈ, ਕੋਈ ਜ਼ਰੂਰੀ ਨਹੀਂ ਇਦਾਂ ਹੀ ਹੋ ਸਕਦਾ। ਜਿੱਥੇ ਸਾਡੇ ਹੰਕਾਰ ਨੂੰ ਚੋਟ ਪਹੁੰਚੇ ਸਾਨੂੰ ਗੁੱਸਾ ਆ ਜਾਂਦਾ। ਸਾਡੇ ਹੰਕਾਰ ਦੀ ਪੂਰਤੀ ਨਾ, ਗੁੱਸਾ ਕਦੋਂ ਹੁੰਦਾ? ਲੱਗਦਾ ਹੈ ਵੀ ਇੱਥੇ ਮੇਰੇ ਕਾਮ ਦੀ ਪੂਰਤੀ ਹੋ ਸਕਦੀ ਹੈ, ਪਰ ਫਲਾਂ ਬੰਦਾ ਇਹਦੇ 'ਚ ਅੜਿੱਕਾ ਹੈ, ਉਹਦੇ ਤੇ ਗੁੱਸਾ ਆਵੇਗਾ। ਮੇਰੇ ਲੋਭ ਦੀ ਪੂਰਤੀ ਇੱਥੋਂ ਹੋ ਸਕਦੀ ਸੀ, ਪਰ ਇਹਦੀ ਵਜ੍ਹਾ ਕਰਕੇ ਨਹੀਂ ਹੋ ਰਹੀ, ਉਹਦੇ ਤੇ ਗੁੱਸਾ ਆਵੇਗਾ। ਇਹੀ ਹਾਲ ਬਾਕੀ ਵਿਕਾਰਾਂ ਦਾ। ਇਸ ਵਾਸਤੇ ਭਾਈ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਇਹ ਦੋਵੇਂ ਇੱਕ ਥਾਂ ਤੇ ਨਹੀਂ ਵਸ ਸਕਦੇ। ਹੁਣ ਮੇਰਾ ਮਨ ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਇਹ ਸੋਹਣੇ ਸਾਵਲੇ ਸਲੋਨੇ ਅਕਾਲ ਪੁਰਖ ਵਾਹਿਗੁਰੂ ਜੀ, ਹੁਣ ਮੇਰੀ ਸੁਰਤ ਤੁਹਾਡੇ ਚਰਨਾਂ ਵਿੱਚ ਜੁੜਨ ਲੱਗ ਪਈ ਹੈ। ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਮੇਰੇ ਅੰਦਰੋਂ ਅਹੰਕਾਰ ਦਾ ਅਭਾਵ ਹੋ ਗਿਆ, ਅਹੰਕਾਰ ਮੇਰਾ ਖਤਮ ਹੋ ਗਿਆ। ਹੁਣ ਮੇਰੀ ਸੁਰਤ ਜੁੜਨ ਲੱਗ ਪਈ ਹੈ, ਲਿਹਾਜ਼ਾ ਮੇਰਾ ਮਨ ਤੁਹਾਡੇ ਵਿੱਚ ਜੁੜ ਗਿਆ। ਔਰ ਧਿਆਨ ਦੇਣਾ, ਮੈਂ ਇਹਨੂੰ ਹੀ ਥੋੜਾ ਜਿਹਾ ਖੋਲ ਦਿਆਂ। ਗੱਲ ਸਾਰੀ ਮਨ ਦੀ ਹੈ, ਤਨ ਦੀ ਨਹੀਂ। ਮੈਂ ਅਕਸਰ ਬੇਨਤੀ ਕਰਨਾ ਹੁੰਦਾ ਨਾ ਵੀ ਅਸੀਂ ਮੋਟਰ ਨੂੰ ਨਹੀਂ ਕਹਿੰਦੇ, ਡਰਾਈਵਰ ਨੂੰ ਕੁਝ ਕਹਿੰਦੇ ਆ, ਉਹਨੂੰ ਹੈਂਡਲ ਡਰਾਈਵਰ ਨੇ ਕਰਨਾ। ਇਹ ਸਾਡੀ ਜਿਹੜੀ ਬਾਡੀ ਹੈ, ਇਹ ਵਹੀਕਲ ਹੈ, ਇਹਨੂੰ ਹੈਂਡਲ ਕਰਨ ਵਾਲਾ ਮਨ ਹੈ। ਲਿਹਾਜ਼ਾ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਨੂੰ ਮੁਖਾਤਬ ਕੀਤਾ ਗਿਆ। ਟਾਵੇਂ ਥਾਂ ਤੇ ਛੱਡ ਕੇ ਸਰੀਰਾ ਮੇਰਿਆ, ਜ਼ਿਆਦਾਤਰ ਮਨ ਨੂੰ ਮਹਾਰਾਜ ਨੇ ਹੁਕਮ ਕੀਤਾ, ਏਦਾਂ ਕਰ, ਏਦਾਂ ਨਾ ਕਰ। ਜੇ ਮਨ ਗਾਉਂਦਾ ਗੀਤ ਤੇ ਅੰਦਰੋਂ ਨਹੀਂ ਗਾਉਂਦਾ, ਤੇ ਮਹਾਰਾਜ ਨੇ ਕਹਿ ਦਿੱਤਾ ਵੀ ਮਨ ਕਰ ਕਬੂ ਨਾ ਹਰ ਗੁਣ ਗਾਇਓ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਵੇਖੋ ਕਿੰਨੀਆਂ ਥਾਵਾਂ ਤੇ ਮਨ ਨੂੰ ਮਹਾਰਾਜ ਨੇ ਸੰਬੋਧਨ ਕਰਕੇ ਮੁਖਾਤਬ ਹੋ ਕੇ ਬਚਨ ਕੀਤੇ। ਔਰ ਮਨ ਜਿਹੜਾ ਹੈ ਉਹਦੀ ਸਾਰੀ ਧਾਰਮਿਕ ਜਿਹੜੀ ਸਾਰੀ ਪ੍ਰੋਸੈਸਿੰਗ ਹੈ ਉਹ ਮਨ ਦੀ ਹੈ। ਮੈਂ ਇੱਕ ਛੋਟੀ ਜਿਹੀ ਲਾਓ ਤਸੇ ਤੁੰਗ ਦੇ ਜੀਵਨ ਵਿੱਚੋਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ, ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ। ਇਹਦੇ ਕਈ ਕਰੋੜ ਫਾਲੋਅਰ ਨੇ ਚਾਈਨਾ ਦੇ ਵਿੱਚ, ਔਰ ਕੁਝ ਹਿੱਸਾ ਯੂਰਪ ਦਾ, ਹੋਰ ਜਾਪਾਨ ਦਾ, ਕਰੋੜਾਂ ਦੀ ਗਿਣਤੀ ਵਿੱਚ। ਮੇਰਾ ਖਿਆਲ ਹੈ ਵੀ ਜਿਤਨੇ ਗੁਰੂ ਨਾਨਕ ਸਾਹਿਬ ਦੇ ਅਨੁਯਾਈ ਨੇ, ਇਹ ਅੱਜ ਦੀ ਤਾਰੀਖ ਵਿੱਚ ਜੇ ਗਿਣਤੀ ਕਰੀਏ ਤੇ ਇਹ ਜਿਹੜਾ ਲਾਓ ਤਸੇ ਤੁੰਗ ਹੈ, ਇਹਦਾ ਨਾਮ ਹੀ ਤੁੰਗ ਤੋਂ ਪਤਾ ਲੱਗ ਜਾਂਦਾ ਵੀ ਚੀਨਾ ਹੈ। ਇਹਨਾਂ ਦੀ ਨਫਰੀ ਸਾਡੇ ਨਾਲੋਂ ਜ਼ਿਆਦਾ ਹੈ, ਉਹਨਾਂ ਦੇ ਜਿਹੜੇ ਫਾਲੋਅਰਸ ਨੇ। ਛੋਟਾ ਜਿਹਾ ਸੀ, ਪਿਤਾ ਪੁਰਖੀ ਕੀਤਾ ਖੇਤੀ ਸੀ, ਜ਼ਮੀਨ ਬੜੀ ਥੋੜੀ ਸੀ, ਪਿਤਾ ਦਾ ਇੰਤਕਾਲ ਹੋ ਗਿਆ ਸੀ, ਗੁਜ਼ਰ ਗਿਆ ਸੀ। ਇਹਦੀ ਮਾਂ ਫੁੱਲਾਂ ਦੀ ਖੇਤੀ ਕਰਦੀ ਸੀ, ਫੁੱਲਾਂ ਦੀ ਕਾਸ਼ਤ ਕਰਦੀ ਸੀ, ਬਗੀਚੀ ਲਾਂਦੀ ਸੀ। ਹੁਣ ਬਗੀਚੀ ਲਾਈ, ਪਨੀਰੀ ਬੀਜੀ, ਪਨੀਰੀ ਵੱਡੀ ਹੋਈ, ਪੁੱਟੀ, ਜਗ੍ਹਾ ਤਿਆਰ ਕੀਤੀ, ਉਹਨੂੰ ਟ੍ਰਾਂਸਫਰ ਕੀਤਾ, ਉਹ ਬੂਟੇ ਥਾਂ ਪਰ ਥਾਂ ਲੱਗ ਗਏ, ਗੋਡੀ ਕਰਨੀ, ਪਾਣੀ ਦੇਣਾ, ਔਰ ਉਹ ਹੌਲੀ ਹੌਲੀ ਜੋਬਨ ਦੇ ਨੇੜੇ ਅੱਪੜਨੀ ਸ਼ੁਰੂ ਹੋ ਗਈ। ਅਚਾਨਕ ਮਾਂ ਜਿਹੜੀ ਹੈ ਉਹ ਬਿਮਾਰ ਹੋ ਗਈ। ਮਾਂ ਨੂੰ ਬੁਖਾਰ ਹੋ ਗਿਆ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਏ, 3 ਦਿਨ ਲੰਘ ਗਏ। ਬੇਟਾ ਬਗੀਚੀ ਤਿਆਰ ਹੋਣ ਦੇ ਕਰੀਬ ਹੈ, ਮੈਂ ਬਿਮਾਰ ਹੋ ਗਈ ਹਾਂ ਤੇ ਸਮੇਂ ਮਾਰ ਹੋ ਜਾਏਗੀ, ਆਪਾਂ ਕੀ ਕਰਾਂਗੇ? ਤੇ ਮਾਂ ਜੇ ਤੂੰ ਕਵੇਂ ਤੇ ਮੈਂ ਬਗੀਚੀ ਵਿੱਚ ਜਾਵਾਂ? ਕਹਿਣ ਲੱਗੇ ਬੇਟਾ ਜ਼ਰੂਰ ਜਾ, ਹੁਣ ਤੇ ਫਸਲ ਤਿਆਰ ਹੈ, ਔਰ ਜੇ ਹੁਣ ਸੰਭਾਲ ਨਾ ਕੀਤੀ ਤੇ ਤਬਾਹ ਹੋ ਜਾਏਗੀ। ਰੰਬਾ ਦਿੱਤਾ, ਇਹਦੇ ਨਾਲ ਗੋਡੀ ਕਰਨੀ ਹੈ, ਬਰਤਨ ਦਿੱਤਾ, ਲਿਆ ਕੇ ਪਾਣੀ ਔਰ ਸਾਰਾ ਪ੍ਰਬੰਧ ਕਰਨਾ ਹੈ। ਇਹ ਸਵੇਰੇ ਜਾਂਦਾ ਤੇ ਹਨੇਰੇ ਪੈ ਵਾਪਸ ਆਉਂਦਾ। ਮਾਂ ਨਿਸ਼ਚਿਤ ਹੋ ਗਈ ਵੀ ਪੁੱਤਰ ਸਵੇਰੇ ਜਾਂਦਾ, ਰਾਤ ਨੂੰ ਆਉਂਦਾ, ਮੂੰਹ ਹਨੇਰੇ ਆਉਂਦਾ ਹੈ, ਹੁਣ ਬਗੀਚੀ ਪ੍ਰਫੁੱਲਤ ਹੋ ਜਾਏਗੀ। 5-10 ਦਿਨ, 15 ਦਿਨ, 20 ਦਿਨ, ਮਹੀਨੇ ਬਾਅਦ ਉਹ ਠੀਕ ਹੋਈ। ਕਹਿਣ ਲੱਗੀ ਮੈਨੂੰ ਸਹਾਰਾ ਦੇ ਕੇ ਉਠਾ, ਮੈਨੂੰ ਲੈ ਕੇ ਚੱਲ, ਵੇਖਦੇ ਆ ਬਗੀਚੀ ਦਾ ਕੀ ਹਾਲ। ਲੈ ਗਈ। ਜਿਸਲੇ ਲੈ ਗਿਆ ਮਾਂ ਨੂੰ ਬਗੀਚੀ ਦੇ ਵਿੱਚ ਜਾ ਕੇ ਖੜਾ ਕੀਤਾ, ਜਦੋਂ ਉਹਨੇ ਪੰਛੀ ਝਾਤ ਮਾਰੀ, ਉਹ ਰੋਣ ਹਾਕੀ ਹੋ ਗਈ। ਆਖਣ ਲੱਗੀ ਇਹ ਕੀ ਹੈ? ਸਾਰੀ ਬਗੀਚੀ ਮੁਰਝਾਈ ਪਈ ਹੈ, ਸੁੱਕੀ ਪਈ ਹੈ, ਕਿਤੇ ਬਸੰਤ ਨਹੀਂ, ਵੀਰਾਨਾਪਨ। ਤੂੰ ਕਿੱਥੇ ਜਾਂਦਾ ਸੈਂ? ਮਾਂ ਮੈਂ ਇੱਥੇ ਹੀ ਰੋਜ਼ ਆਉਂਦਾ ਸਾਂ। ਚੱਲਿਆ ਤੂੰ ਇੱਥੇ ਰੋਜ਼ ਆਉਂਦਾ ਸੀ ਤੇ ਬਗੀਚੀ ਕਿਉਂ ਸੁੱਕੀ ਹੋਈ ਹੈ? ਮਾਂ ਮੈਂ ਤੇ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਸਾਂ, ਹੁਣ ਬਗੀਚੀ ਸੁੱਕ ਗਈ ਹੈ ਤੇ ਮੈਂ ਕੀ ਕਰਾਂ? ਮਾਂ ਰੋਣ ਆਕੀ ਹੋ ਕੇ ਕਹਿਣ ਲੱਗੀ ਤੂੰ ਇਹ ਦੱਸ ਕਰਦਾ ਕੀ ਸੈਂ? ਆਖਣ ਲੱਗਾ ਮਾਂ ਮੈਂ ਨਾ ਘਰੋਂ ਕੱਪੜੇ ਲੈ ਆਉਂਦਾ ਸਾਂ,
ਔਰ ਹਰੇਕ ਬੂਟੇ ਦੇ ਪੱਤਰਿਆਂ ਨੂੰ ਮੈਂ ਕੱਪੜੇ ਨਾਲ ਬੜੇ ਪਿਆਰ ਨਾਲ ਪੂੰਝਦਾ ਸਾਂ, ਚੁੰਮਦਾ ਵੀ ਸਾਂ, ਔਰ ਫਿਰ ਦੂਜੇ ਬੂਟੇ ਨੂੰ ਪੂੰਝਦਾ ਸਾਂ, ਪਿਆਰ ਕਰਦਾ ਸਾਂ, ਤੀਜੇ ਨੂੰ ਪੂੰਝਦਾ ਸਾਂ, ਚੌਥੇ ਨੂੰ। ਉਹ ਖਫਾ ਹੋ ਕੇ ਕਹਿਣ ਲੱਗੀ, ਪਾਣੀ ਦਾ ਕੀ ਕਰਦਾ ਸੀ? ਮੈਂ ਉੱਪਰੋਂ ਪਾਣੀ ਛਿੜਕਦਾ ਸਾਂ। ਉਹ ਕਹਿਣ ਲੱਗੀ, ਚੱਲਿਆ, ਜੇ ਤੂੰ ਇਹਨਾਂ ਦੀਆਂ ਜੜ੍ਹਾਂ ਵਿੱਚ ਪਾਣੀ ਪਾਉਂਦਾ, ਪੱਤਿਆਂ ਤੱਕ ਤੇ ਪਾਣੀ ਆਪ ਹੀ ਆ ਜਾਣਾ ਸੀ। ਬਨਸਪਤੀ ਦੇ ਪ੍ਰਾਣ ਪੱਤਿਆਂ ਵਿੱਚ ਨਹੀਂ ਹੁੰਦੇ ਬੇਟਾ, ਜੜ੍ਹਾਂ ਵਿੱਚ ਹੁੰਦੇ ਨੇ। ਤੂੰ ਜੜ੍ਹਾਂ ਵਿੱਚ ਪਾਣੀ ਪਾਣਾ ਸੀ, ਰੰਬੇ ਨਾਲ ਜੜ੍ਹਾਂ 'ਚ ਗੋਡੀ ਕਰਨੀ ਸੀ। ਤੂੰ ਜੜ੍ਹਾਂ 'ਚ ਪਾਣੀ ਪਾਉਂਦਾ, ਬਗੀਚੀ ਨਹੀਂ ਸੀ ਸੁੱਕਣੀ। ਤੂੰ ਪੱਤਿਆਂ ਦੇ ਉੱਤੇ ਟਾਕੀ ਨਾਲ ਪੂੰਝਦਾ ਰਿਹਾ, ਤੂੰ ਪੱਤਿਆਂ ਦੇ ਉੱਤੇ ਛਿੜਕਾਵ ਕਰਦਾ ਰਿਹਾ। ਇਹ ਤੇ ਦ੍ਰਿਸ਼ਟਾਂਤ ਹੈ। ਦਾਸ਼ਟਾਂਤ ਕੀ ਹੈ? ਸਾਡਾ ਜਿਹੜਾ ਬਾਡੀ ਹੈ, ਸਰੀਰ ਹੈ, ਇਹ ਟਾਹਣੀਆਂ ਤੇ ਪੱਤੇ ਨੇ, ਜੜ ਮਨ ਹੈ। ਜੇ ਜੜ ਨੂੰ ਸੰਭਾਲ ਲਿਆ ਤੇ ਜਿਹੜੇ ਪੱਤੇ ਟਾਹਣੀਆਂ ਨੇ ਉਹ ਆਪਣੇ ਆਪ ਹਰੇ ਹੋ ਜਾਣਗੇ, ਕਿਉਂਕਿ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ। ਸਾਰੀ ਸਾਧਨਾ ਮਨ ਦੀ ਹੈ। ਇਸ ਲਈ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਏ, ਨਾ ਕਿ ਤਨ ਲਾਗਾ ਤੋਏ। ਮੇਰੀ ਸੁਰਤ, ਮੇਰਾ ਧਿਆਨ, ਮੇਰਾ ਮਨ, ਔਰ ਮਨ ਨੂੰ ਲਾਣਾ ਹੈ। ਔਰ ਮਨ ਨੂੰ ਲਾਉਣ ਲਈ ਇਹਦੇ ਨਾਲ ਪਹਿਲਾਂ ਘੁਲਣਾ ਪੈਂਦਾ, ਪਹਿਲਾਂ ਆਪਣੇ ਸਪੇਸ ਨੂੰ ਨਿਰਵਿਚਾਰ ਕਰਨਾ ਪੈਂਦਾ, ਬੈਠਣਾ ਹੈ। ਔਰ ਮੈਂ ਤੇ ਅਕਸਰ ਕਹਿਣਾ ਵਾ ਵੀ ਬੈਠ ਕੇ ਸਭ ਤੋਂ ਪਹਿਲਾ ਕੰਮ ਇਹ ਕਰੋ, ਆਪਣੇ ਆਪ ਨੂੰ ਵਾਚ ਕਰੋ ਵੀ ਅੰਦਰ ਕੀ ਚੱਲ ਰਿਹਾ। ਅੰਦਰ ਫੁਰਨੇ, ਸੰਕਲਪ, ਵਿਕਲਪ ਲਗਾਤਾਰ ਚੱਲਦੇ ਰਹਿੰਦੇ। ਕਿਤਨੇ ਚੱਲਦੇ ਨੇ ਪਿਆਰਿਓ? ਜਦੋਂ ਅਸੀਂ ਸੌਂ ਜਾਂਦੇ ਹਾਂ ਉਦੋਂ ਵੀ ਚੱਲਦੇ ਰਹਿੰਦੇ। ਕੁਝ ਲੋਕਾਂ ਦੀ ਮੈਮਰੀ ਇਸ ਤਰ੍ਹਾਂ ਦੀ ਹੈ, ਉੱਠਣ ਤੋਂ ਬਾਅਦ ਪਤਾ ਲੱਗਦਾ ਸੁਪਨਾ ਆਇਆ ਹੈ। ਕੁਝ ਲੋਕਾਂ ਨੂੰ ਸੁਪਨੇ ਵੀ ਭੁੱਲ ਜਾਂਦੇ। ਅਸੀਂ ਜਦੋਂ ਸੌਂ ਜਾਂਦੇ ਹਾਂ, ਮਨ ਉਦੋਂ ਵੀ ਨਹੀਂ ਸੌਂਦਾ, ਫੁਰਨੇ ਆਉਂਦੇ ਰਹਿੰਦੇ। ਹਾਂ, ਫੌਜੀ ਇਹ ਗੱਲ ਕਹਿੰਦੇ ਨੇ ਵੀ 48 ਜਾਂ 96 ਘੰਟੇ 'ਚ ਪਲਕ ਝਲਕ 5 ਸੈਕਿੰਡ 10 ਸੈਕਿੰਡ ਸਾਡਾ ਮਨ ਵੀ ਵਿਸ਼ਰਾਮ ਕਰਦਾ। ਉਹਨੂੰ ਉਹ ਕਹਿੰਦੇ ਨੇ ਸਖੋਪਤੀ ਜਾਂ ਸ਼ਸ਼ੋਪਤੀ। ਜੇ ਉਹ ਅਵਸਥਾ ਨਾ ਆਵੇ, ਮਨੁੱਖ ਪਾਗਲ ਹੋ ਸਕਦਾ, ਮੈਂਟਲ ਹੋ ਸਕਦਾ। ਥੋੜੀ ਜਿਹੀ ਝਪਕੀ ਮਨ ਬਸ ਇਉਂ ਐ ਹੋਇਆ ਤੇ ਫਿਰ ਸਿੱਧਾ ਹੋ ਗਿਆ। ਅਦਰਵਾਈਜ਼ ਇਹ ਜਾਗਦਿਆਂ ਵੀ ਕੰਮ ਕਰਦਾ ਰਹਿੰਦਾ, ਇਹ ਸੁੱਤਿਆਂ ਵੀ ਕੰਮ ਕਰਦਾ ਰਹਿੰਦਾ। ਇਸੇ ਨੂੰ ਅਸੀਂ ਵਾਚ ਕਰਨਾ, ਇਸੇ ਨੂੰ ਅਸੀਂ ਨਿਗਰਾਨ ਬਣ ਕੇ ਨਿਗਰਾਨੀ ਕਰਨੀ, ਇਹਦੇ ਅੰਦਰ ਕੀ ਕੁਝ ਚੱਲਦਾ ਹੈ। ਇਹੀ ਜੀਵਨ ਸਾਧਨਾ। ਇਸੇ ਨੂੰ ਕਹਿੰਦੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਏ। ਹੁਣ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਮੇਰੀ ਸੁਰਤ ਪ੍ਰਮਾਤਮਾ ਵਿੱਚ ਜੁੜਨ ਲੱਗ ਪਈ, ਤੇ ਹੁਣ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਕੌਮਾ ਮਹੋਏ। ਜਦੋਂ ਹਉਮੈ ਦੇ ਅਭਾਵ ਕਾਰਨ ਹੁਣ ਮੇਰੀ ਆਤਮਾ ਰੂਪੀ ਜੋਤ ਪ੍ਰਮਾਤਮਾ ਰੂਪੀ ਜੋਤ ਨਾਲ ਮਿਲ ਗਈ। ਦੋ ਜੀਵੇ ਜਗਾ ਕੇ ਰੱਖ ਦਿਓ, ਉਹਨਾਂ ਨੂੰ ਸਰਕਾਂਦੇ ਜਾਓ, ਸਰਕਾਂਦੇ ਜਾਓ, ਸਰਕਾਂਦੇ, ਦੋਵਾਂ ਦੀ ਲਾਟ ਇਕੱਠੀ ਕਰਦੇ ਹੋ। ਇੱਕ ਸਟੇਜ ਇਸ ਤਰ੍ਹਾਂ ਦੀ ਆਵੇਗੀ, ਹਲੂਲ ਹੋ ਜਾਣਗੇ। ਤੁਹਾਨੂੰ ਕੋਈ ਪੁੱਛੇ ਵੀ 1 ਨੰਬਰ ਦੀਵੇ ਦੀ ਲਾਟ ਕਿਹੜੀ ਹੈ, 2 ਨੰਬਰ ਦੀ ਕਿਹੜੀ, ਉਹ ਕਹਿੰਦੇ ਹੁਣ ਕੋਈ ਪਤਾ ਨਹੀਂ, ਦੋਵੇਂ ਮਿਕਸ ਹੋ ਗਈਆਂ। ਉਰਦੂ 'ਚ ਇਹਨੂੰ ਕਹਿੰਦੇ ਨੇ ਹਲੂਲ ਹੋ ਗਈਆਂ। ਹਲੂਲ ਦਾ ਤੁਹਾਨੂੰ ਪਤਾ ਹੋਵੇ ਤੇ ਮੁਬਾਰਕ, ਮੈਂ ਦੱਸਾਂ ਹਲੂਲ ਕਿਹਨੂੰ ਕਹਿੰਦੇ। ਕਿਤੇ ਸਰੋਵਰ ਹੈ ਪਾਣੀ ਦਾ, ਤੁਸੀਂ ਬਾਲਟੀ ਪਾਣੀ ਦੀ ਭਰ ਕੇ ਉਹਦੇ ਵਿੱਚ ਡੋਲ ਦਿਓ, ਇਹਨੂੰ ਕਹਿੰਦੇ ਹਲੂਲ ਹੋਣਾ। ਕਿਉਂ? ਕਿਉਂਕਿ ਹੁਣ ਸਾਰੀ ਦੁਨੀਆ ਦੇ ਵਿਗਿਆਨੀ, ਮਨੋਵਿਗਿਆਨੀ, ਗਿਆਨੀ ਇਕੱਠੇ ਹੋ ਜਾਣ ਵੀ ਉਹੋ ਹੀ ਬਾਲਟੀ ਪਾਣੀ ਦੀ ਇਹਦੇ ਤੋਂ ਜੁਦਾ ਕਰਕੇ ਬਾਹਰ ਕੱਢ ਕੇ ਲਿਆਓ, ਨਹੀਂ ਨਾ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਹਲੂਲ ਹੋ ਗਈ, ਇੱਕ ਮਿਕ ਹੋ ਗਈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ, ਸੰਗ ਪਾਣੀ ਵਾਲੀ ਅਵਸਥਾ ਬਣ ਗਈ। ਹੁਣ ਏਕ ਜੋਤ ਏਕਾ ਮਿਲੀ, ਕਿੰਬਾ ਹੋਏ। ਉਹ ਕਿਵੇਂ ਹੋ ਸਕਦੀ ਹੈ ਜੁਦਾ ਉਹਦੇ ਨਾਲੋਂ ਵੱਖਰੀ ਹਸਤੀ? ਹੁਣ ਮੈਨੂੰ ਆਪਣੀ ਹਸਤੀ ਵੱਖਰੀ ਨਹੀਂ ਭਾਸਦੀ, ਹਉਮੈ ਕਰਕੇ ਮੈਨੂੰ ਭਾਸਦਾ ਸੀ ਰੱਬ ਜੁਦਾ ਹੈ, ਮੈਂ ਜੁਦਾ ਵਾਂ। ਹੁਣ ਮੈਨੂੰ ਇਹ ਨਹੀਂ ਲੱਗਦਾ ਵੀ ਰੱਬ ਜੁਦਾ ਹੈ, ਮੈਂ ਜੁਦਾ ਵਾਂ। ਹੁਣ ਮੈਨੂੰ ਲੱਗਦਾ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਹੁਣ ਕੋਈ ਜੁਦਾ ਨਹੀਂ, ਹੁਣ ਇੱਕ ਹੈ। ਸੋ ਇਸ ਵਾਸਤੇ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਮਹੋਏ ਮੈਂ ਨਹੀਂ ਹੋ ਸਕਦਾ, ਇਹ ਹੁਣ ਜੁਦਾ ਨਹੀਂ ਹੋ ਸਕਦਾ। ਜਿਤ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋ। ਫੂਟ ਮਰੇ ਮੈਨੇ, ਜਿਵੇਂ ਤੁਸੀਂ ਗੁਬਾਰੇ ਵਿੱਚ ਹਵਾ ਭਰੋ ਤੇ ਉਹ ਫਟ ਕੇ ਇੱਕਦਮ ਖਤਮ ਹੋ ਜਾਂਦਾ, ਇਸ ਤਰ੍ਹਾਂ ਆਫਰ ਕੇ ਬੰਦਾ ਮਾਰਦਾ ਹੈ। ਆਫਰ ਦਾ ਕਾਹਦੇ ਨਾਲ? ਅਹੰਕਾਰ। ਸਭ ਕੋ ਭਰਿਆ ਫੂਕ
ਆਖਣ ਕਹਿਣ ਨਾ ਥੰਮੀ ਹੈ ਧੰਨ ਗੁਰੂ ਗ੍ਰੰਥ ਸਾਹਿਬ। ਫੂਕ ਵਿੱਚ ਭਰਿਆ ਹੋਇਆ ਬੰਦਾ। ਤੋ ਹੁਣ ਹਜ਼ੂਰ ਭਗਤ ਕਬੀਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਭਾਈ ਜਿਹੜੇ ਹਿਰਦੇ ਵਿੱਚ ਨਾਮ ਨਹੀਂ, ਨੈਚੁਰਲ ਹੈ, ਉੱਥੇ ਈਗੋ ਹੈ, ਉੱਥੇ ਅਹੰਕਾਰ ਹੈ, ਤੇ ਉਹ ਅਹੰਕਾਰ ਦੇ ਵਿੱਚ ਫਿਰ ਫੁੱਲ ਕੇ ਉਹ ਫੁੱਟ ਕੇ ਆਤਮਕ ਮੌਤੇ ਮਾਰਦਾ, ਫੂਟ ਮਰੈ ਜਗ ਸੋਏ। ਇਸ ਲਈ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਏ ਰਹਾਓ, ਸਾਧ ਮਿਲੈ ਸਿੱਧ ਪਾਈਐ। ਪੂਰਾ ਗੁਰੂ ਮਿਲੇ ਫਿਰ ਇਹ ਕਾਮਯਾਬੀ ਮਿਲਦੀ ਹੈ। ਕਿਹੜੀ? ਗੁਰੂ ਹੀ ਅੰਦਰੋਂ ਸਾਡੇ ਅਹੰਕਾਰ ਨੂੰ ਚਕਨਾਚੂਰ ਕਰ ਸਕਦਾ। ਜਿਵੇਂ ਸਾਲਸਰਾਏ ਜੋਰੀ ਦਾ ਅਹੰਕਾਰ ਖਤਮ ਕੀਤਾ, ਸੈਦਾ ਬੇਗ ਸੈਦਾ ਖਾਨ ਨਾਂ ਦੇ ਦੋ ਜਰਨੈਲ, ਸੈਦਾ ਬੇਗ ਭੁਗਤ ਗਿਆ, ਸੈਦਾ ਖਾਨ ਨੇ ਆਉਣਾ। ਬੜੇ ਹੰਕਾਰੀ ਹੋ ਕੇ ਆਏ ਸਨ ਵੀ ਗੁਰੂ ਗੋਬਿੰਦ ਸਿੰਘ, ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ ਕੀ ਪਤਾ ਜੰਗ ਕਿਵੇਂ ਕਰੀਦਾ। ਉਹਨਾਂ ਕੋਲ ਤੇ ਸਾਰੀਆਂ ਆ ਛੋਟੀਆਂ ਜਾਤੀਆਂ ਦੇ ਲੋਕ ਇਕੱਠੇ ਹੋਏ ਨੇ, ਉਹਨਾਂ ਨੂੰ ਕੀ ਪਤਾ ਲੜਨਾ ਕੀ ਹੁੰਦਾ। ਹਜ਼ੂਰ ਨੇ ਐਸਾ ਹੰਕਾਰ ਚਕਨਾਚੂਰ ਕੀਤਾ, ਘੋੜੇ ਤੋਂ ਉਤਰ ਕੇ ਬੇਤਹਾਸ਼ਾ ਭੱਜਾ ਆਉਂਦਾ, ਮਹਾਰਾਜ ਦੇ ਚਰਨਾਂ ਤੇ ਰਕਾਬ ਦੇ ਵਿੱਚ ਚਰਨ ਦੇ ਵਿੱਚ ਆਪਣਾ ਸਿਰ ਰੱਖ ਦਿੱਤਾ ਔਰ ਆਖਿਆ ਖੁਦਾ ਆਏ, ਖੁਦਾ ਆਏ, ਮੈਂ ਬੰਦਾ, ਖੁਦਾ ਆਏ। ਲੋਕੋ ਖੁਦਾ ਆ ਗਿਆ, ਖੁਦਾ ਆ ਗਿਆ, ਮੈਂ ਖੁਦਾ ਦਾ ਬੰਦਾ, ਮੈਂ ਖੁਦਾ ਦਾ ਬੰਦਾ। ਔਰ ਸਭ ਕੁਝ ਛੱਡ ਛਡਾ ਕੇ ਹਜ਼ੂਰ ਦਾ ਹੀ ਹੋ ਕੇ ਰਹਿ ਗਿਆ। ਕਿਉਂਕਿ ਇਹ ਜਿਹੜੇ ਪੈਗੰਬਰੀ ਪੁਰਖ ਨੇ ਨਾ, ਉਹਨਾਂ ਦੇ ਨੇਤਰਾਂ ਵਿੱਚੋਂ ਕੁਝ ਇਸ ਤਰ੍ਹਾਂ ਦੇ ਵਾਈਬ੍ਰੇਸ਼ਨ ਨਿਕਲਦੇ ਨੇ ਜਿਹੜੇ ਤੁਹਾਡੀ ਅੰਦਰਲੀ ਆਈਡੀਓਲੋਜੀ ਨੂੰ ਚੇਂਜ ਕਰ ਸਕਦੇ। ਇਸ ਤਰ੍ਹਾਂ ਦੇ ਵੀ ਲੋਕ ਨੇ ਜਿੱਥੇ ਤੁਸੀਂ ਜਾਓ ਤੇ ਉਹ ਨੈਗੇਟਿਵ ਵਾਈਬ੍ਰੇਸ਼ਨ ਤੁਹਾਨੂੰ ਪਹਿਲਾਂ ਨਾਲੋਂ ਡਿਸਟਰਬ ਕਰ ਦੇਣਗੇ, ਪਰ ਇਦਾਂ ਦੇ ਵੀ ਲੋਕ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਤੁਹਾਨੂੰ ਸਕੂਨ ਮਿਲੇਗਾ। ਸੰਗਤ ਵਿੱਚ ਜੁੜਨ ਦੀ ਪ੍ਰੇਰਨਾ ਇਸੇ ਕਰਕੇ ਹੁੰਦੀ ਹੈ, ਕੁਝ ਜੁੜੀਆਂ ਹੋਈਆਂ ਰੂਹਾਂ, ਕੁਝ ਪਿਆਰ ਵਾਲੀਆਂ ਰੂਹਾਂ, ਕੁਝ ਉੱਚੀ ਅਵਸਥਾ ਵਾਲੀਆਂ ਰੂਹਾਂ, ਉਹਨਾਂ ਕਰਕੇ ਸਾਰਾ ਵਾਤਾਵਰਨ ਕਈ ਵਾਰ ਪੋਜ਼ਿਟਿਵ ਹੋ ਜਾਂਦਾ। ਇਸ ਵਾਸਤੇ ਪਿਆਰਿਓ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਪੂਰਾ ਗੁਰੂ, ਪੂਰਾ ਸਤਿਗੁਰੂ ਮਿਲੇ, ਸਾਧ ਮਿਲੇ, ਸਿੱਧ ਪਾਈਏ। ਉਹਦੇ ਨਾਲ ਫਿਰ ਕਾਮਯਾਬੀ ਮਿਲਦੀ ਹੈ, ਸਿੱਧੀ ਮਿਲਦੀ ਹੈ। ਔਰ ਉਸ ਕਾਮਯਾਬੀ ਦੇ ਸਾਹਮਣੇ, ਕਿਉਂਕਿ ਹੰਕਾਰ ਗੁਰੂ ਖਤਮ ਕਰ ਦਿੰਦਾ। ਪਹਿਲਾਂ ਤੇ ਅਸੀਂ ਸੁਣਿਆ ਸੀ ਵੀ ਗੁਰੂ ਏਦਾਂ 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 ਇੰਨੀ ਬਖਸ਼ਿਸ਼ ਕਰਦਾ ਹੈ, ਪਰ ਸਤਿਗੁਰੂ ਬਾਣੀ 'ਚ ਇੱਕ ਥਾਂ ਤੇ ਕਹਿੰਦੇ ਨੇ ਹੁਣ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ, ਹੁਣ ਮੈਂ ਵੇਖ ਲਿਆ ਤੇ ਕਹਿ ਦਿੱਤਾ ਵੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕੀ ਕਰਦਾ? ਵਿਛੜਿਆ ਮੇਲੇ ਪ੍ਰਭੂ, ਆਤਮਾ ਤੇ ਪ੍ਰਮਾਤਮਾ ਨੂੰ ਮਿਲਾ ਦਿੱਤਾ। ਆਤਮਾ ਪ੍ਰਮਾਤਮਾ ਨਾਲੋਂ ਵਿਛੜੀ ਸੀ, ਉਹਨਾਂ ਦੋਵਾਂ ਦਾ ਸੰਯੋਗ ਕਰਾ ਦਿੱਤਾ। ਕਿਹਨ ਕਰਾਤਾ? ਗੁਰੂ ਨੇ ਕਰਾ ਦਿੱਤਾ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਦਰਗਾਹ ਦਾ ਵਿਚੋਲਾ ਬਣ ਜਾਂਦਾ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉਮੈ ਰੋ। ਉਹ ਹਰੀ ਨਾਮ ਮੰਤਰ ਦ੍ਰਿੜਾ ਕੇ ਹਉਮੈ ਦਾ ਰੋਗ ਕੱਟ ਦਿੰਦਾ। ਵੇਖੋ ਨਾ, ਹਰੀ ਮੰਤਰ ਬੀਜ ਹੈ, ਹਉਮੈ ਨਦੀਨ ਹੈ। ਅਸੀਂ ਕੋਈ ਫਸਲ ਬੀਜਣੀ ਹੈ ਤੇ ਉਹਦੇ ਵਿੱਚ ਦੁਨੀਆ ਭਰ ਦਾ ਕਬਾੜ ਉੱਗਿਆ ਹੋਇਆ ਤੇ ਜਾ ਕੇ ਛੱਟਾ ਦੇ ਕੇ ਆ ਜਾਈਏ ਤੇ ਚੌੜੇ ਹੋ ਕੇ ਸੋਫੇ ਤੇ ਬਹਿ ਜਾਈਏ ਵੀ ਮੈਂ ਤੇ ਕਣਕ ਬੀਜ ਆਇਆ, ਤੇ ਫਿਰ ਉੱਥੇ ਹੋਣਾ ਕੀ ਹੈ? ਕਿਸਾਨ ਜਦੋਂ ਕਿਸੇ ਪੈਲੀ 'ਚ ਜ਼ਮੀਨ 'ਚ ਖੇਤੀ ਬੀਜਦਾ ਹੈ, ਬੀਜ ਬੀਜਦਾ ਹੈ, ਉਦੋਂ ਪਹਿਲਾਂ ਉਹਦੇ 'ਚੋਂ ਸਾਰਾ ਨਦੀਨ ਗੰਦ ਮੰਦ ਜਿਹੜਾ ਉਹਨੂੰ ਵਾਹ ਕੇ ਪੁੱਟ ਕੇ ਪਾਸੇ ਕਰਦਾ, ਜ਼ਮੀਨ ਨੂੰ ਸਾਫ਼ ਸੁਥਰੀ ਕਰਦਾ, ਫਿਰ ਉਹਦੇ ਵਿੱਚ ਬੀਜ ਖਿਲਾਰਦਾ, ਬੱਤਰ ਵੀ ਦੇਖਦਾ ਹੈ, ਉਂਝ ਨਹੀਂ ਉੱਗਦਾ। ਪਿਆਰਿਓ ਇਸੇ ਤਰ੍ਹਾਂ ਸਾਡੇ ਹਿਰਦੇ 'ਚ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਨਦੀਨ ਹੈ ਨਾ, ਉਹਨੂੰ ਪਹਿਲਾਂ ਪੁੱਟਣਾ ਹੈ, ਬੀ ਬਾਅਦ ਵਿੱਚ ਪਾਣਾ। ਬੀ ਪਹਿਲਾਂ ਖਿਲਾਰਨਾ, ਨਦੀਨ ਬਾਅਦ ਵਿੱਚ ਪੁੱਟਾਂਗੇ ਨਹੀਂ, ਪਹਿਲਾਂ ਜ਼ਮੀਨ ਨੂੰ ਤਿਆਰ ਕਰਨਾ। ਹਿਰਦੇ ਰੂਪੀ ਜ਼ਮੀਨ ਸਾਡੀ ਪੱਧਰੀ ਹੋ ਜਾਏ, ਇਹਦੇ ਚੋਂ ਵਕਾਰਾਂ ਦਾ ਨਦੀਨ ਪੁੱਟ ਕੇ ਅਸੀਂ ਬਾਹਰ ਰੱਖ ਦਈਏ ਵੱਟਾਂ ਤੇ, ਫਿਰ ਉਹਨੂੰ ਵਾਹ ਬਣਾ ਕੇ ਛੱਟਾ ਦਈਏ ਤੇ ਫਿਰ ਬੜੀ ਹਰੀ ਭਰੀ ਖੇਤੀ ਹੁੰਦੀ ਹੈ। ਇਸ ਵਾਸਤੇ ਗੁਰੂ ਕੀ ਕਰਦਾ ਹੈ? ਗੁਰੂ ਜਿੱਥੇ ਨਾਮ ਦਾ ਬੀਜ ਖਿਲਾਰਦਾ ਹਿਰਦੇ 'ਚ, ਉੱਥੇ ਇਹਦੇ ਵਿੱਚੋਂ ਹੰਕਾਰ ਦਾ ਨਦੀਨ ਵੀ ਪੁੱਟ ਕੇ ਪਾਸੇ ਕਰ ਦਿੰਦਾ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਹਰੀ ਨਾਮ ਦੇ ਮੰਤਰ ਨੂੰ ਹਿਰਦੇ 'ਚ ਦ੍ਰਿੜ ਕਰਦਾ, ਪਲੱਸ ਕੱਟੈ ਹਉਮੈ ਰੋਗ। ਪਰ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਇੱਥੇ ਜਿਹੜਾ ਬਹਿਣਾ ਹੈ ਨਾ, ਇਹ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ। ਇਹਨੂੰ ਖੁਸ਼ਾਮਦ ਨਾ ਸਮਝਿਓ। ਇੱਕ ਹੀ ਗੱਲ ਵਾਰ-ਵਾਰ ਕਹੀਏ
ਤੇ ਉਹ ਥੋੜਾ ਜਿਹਾ ਉਹਦਾ ਪ੍ਰਭਾਵ ਜਿਹੜਾ ਅਸਰ ਉਹ ਘਟ ਜਾਂਦਾ। ਪਰ ਯਕੀਨ ਜਾਣਿਓ ਵੀ ਜਿੰਨੇ ਤੁਸੀਂ ਇੱਥੇ ਬੈਠੇ ਹੋ ਜ਼ਰੂਰ ਤੁਹਾਡੀ ਕੋਈ ਬੈਕਗ੍ਰਾਉਂਡ ਜਿਹੜੀ ਹੈ ਉਹ ਵਧੀਆ ਰਹੀ ਹੋਵੇ, ਵਰਨਾ ਗੁਰਦੁਆਰੇ ਦੀਆਂ ਕੰਧਾਂ ਨਾਲ ਕਸਰ ਕੇ ਕੱਪੜਿਆਂ ਨੂੰ ਲੋਕੀ ਕਲੀ ਲਵਾ ਕੇ ਟੁਰ ਜਾਂਦੇ ਨੇ, ਬਹਿਣਾ ਨਹੀਂ ਮਿਲਦਾ। ਮੈਂ ਹੁਣੇ ਕਹਿ ਕੇ ਹਟਿਆ ਬਈ ਬਹੁਤ ਔਖਾ, ਮਨ ਮਾਰ ਕੇ ਸੁਣਾਉਣਾ ਬਹੁਤਾ ਔਖਾ ਨਹੀਂ, ਸੁਣਨਾ ਬਹੁਤ ਵੱਡੀ ਬਾਤ। ਟੇਬਲ ਟਾਕ ਤੁਸੀਂ ਵੇਖ ਲਓ, 5 ਜਣੇ ਬੈਠੇ ਹੋ ਗਏ, ਵਾਰੀ ਨਹੀਂ ਆਉਂਦੀ ਗੱਲ ਕਰਨ ਦੀ, ਸੁਣਾਉਣ ਲਈ ਹਰ ਤਿਆਰ, ਹਰ ਬੰਦਾ ਭਰਿਆ ਬੈਠਾ, ਸੁਣਨ ਲਈ ਨਾ ਕੋਈ ਟੇਬਲ ਟਾਕ 'ਚ ਤਿਆਰ ਹੈ, ਨਾ ਕੋਈ ਸਮਾਗਮਾਂ ਵਿੱਚ ਤਿਆਰ ਹੈ। ਤੁਹਾਡੇ ਵਰਗੇ ਟਾਵਿਆਂ ਨੂੰ ਛੱਡ ਕੇ ਬਹੁਤ ਮੁਸ਼ਕਲ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਸੁਣਤੇ ਪਨੀਤ ਕਹਤੇ ਪਵਿੱਤ। ਪਨੀਤ ਉਹਨੂੰ ਕਿਹਾ ਸੁਣਨ ਵਾਲੇ ਦਾ ਦਰਜਾ ਉੱਚਾ ਕਰ ਦਿੱਤਾ, ਔਰ ਸੁਣਾਉਣ ਵਾਲੇ ਦਾ ਥੋੜਾ ਜਿਹਾ ਥੱਲੇ ਲੈ। ਭਾਈ ਸੁਣਾਉਣਾ ਐਡਾ ਔਖਾ ਨਹੀਂ, ਸੁਣਨਾ ਔਖਾ। ਖੈਰ, ਮੈਂ ਆਪ ਜੀ ਦੀ ਸੁਰਤ ਫਿਰ ਉਹਨਾਂ ਪੰਕਤੀਆਂ ਵੱਲ ਲਿਆਉਣ ਦੀ ਕੋਸ਼ਿਸ਼ ਕਰਾਂ। ਪੂਰਾ ਗੁਰੂ ਮਿਲੇ ਤੇ ਕਾਮਯਾਬੀ ਮਿਲਦੀ ਹੈ, ਔਰ ਉਹਦੇ ਵਿੱਚੋਂ ਜੋ ਆਨੰਦ ਆਉਂਦਾ ਫਿਰ ਉਹਦੇ ਸਾਹਮਣੇ ਜੋਗੀਆਂ ਦਾ ਜੋਗ ਪੌਣਾ ਹੋ ਜਾਂਦਾ ਹੈ, ਤੁੱਛ ਹੋ ਜਾਂਦਾ ਹੈ, ਤੇ ਭੋਗ ਜਿਹੜੇ ਨੇ ਉਹਨਾਂ ਦੀ ਵੀ ਕੋਈ ਅਹਿਮੀਅਤ ਨਹੀਂ ਰਹੀ। ਜਦੋਂ ਬੰਦੇ ਦੀ ਅਸਲ ਗੱਲ ਬਣਦੀ ਹੈ ਨਾ, ਉਹ ਫਿਰ ਕਹਿੰਦਾ ਵੀ ਉਹ ਫਿਰ ਸੰਸਾਰ ਦੇ ਜਿੰਨੇ ਚਸਕੇ ਨੇ ਛੱਡ ਦਿੰਦਾ ਨਾ। ਤੁਸੀਂ ਅਧਿਆਤਮਕਵਾਦੀਆਂ ਨੂੰ, ਉੱਚੀ ਅਵਸਥਾ ਵਾਲਿਆਂ ਨੂੰ ਵੇਖਿਆ ਹੋਵੇਗਾ, ਸਭ ਕੁਝ ਛੁੱਟ ਜਾਂਦਾ। ਹੁਣ ਸਾਨੂੰ ਕਿਉਂ ਕਹੇ ਛੱਡੋ, ਤੇ ਕਿਵੇਂ ਛੱਡਾਂਗੇ? ਇਹਦੀ ਇੱਕ ਵਜ੍ਹਾ ਹੈ। ਕੋਈ ਬੰਦਾ ਨਾ ਸਾਰਾ ਦਿਨ ਕਬਾੜ ਇਕੱਠਾ ਕਰਦਾ, ਚੁੰਬਕ ਜਿਹੀ ਪਹੀਆ ਜਿਹਾ ਲਾਇਆ ਹੈ, ਤੁਸੀਂ ਵੇਖਿਆ ਵਿਚਾਰੇ ਮਾਤੜ ਸਾਥੀ ਉਹ ਤਰੀਕੀ ਫਿਰਦੇ ਨੇ, ਉਹ ਨਾਲ ਕੋਈ ਕਿੱਲ ਚੰਬੜ ਗਿਆ, ਕੋਈ ਮੇਖ ਚੰਬੜ ਗਈ, ਕਿਲੋ 2 ਕਿਲੋ 4 ਕਿਲੋ ਇਕੱਠਾ, ਹੁਣ ਉਹ ਲੈ ਕੇ ਜਾ ਰਿਹਾ। ਉਹਨੂੰ ਤੁਸੀਂ ਵੇਖ ਕੇ ਕਹੋ ਕੀ ਗੰਦ ਚੁੱਕੀ ਫਿਰਨਾ, ਉਹ ਕਹੇਗਾ ਇਹ ਗੰਦ ਥੋੜਾ ਹੈ, ਮੇਰੀ ਤੇ ਰੋਜ਼ੀ ਹੈ ਤੇ ਕਬਾੜ ਹੀ ਨਾ, ਖਿਮਾ ਕਰਨਾ, ਕਬਾੜ ਲਿਜਾ ਰਿਹਾ ਸਾਰਾ ਦਿਨ, ਗੰਦੇ ਪਿੱਲੇ ਥਾਵਾਂ ਦੇ ਉੱਤੇ ਹੱਥ ਮਾਰਦਾ, ਹੁਣ ਉਹ ਕਬਾੜ ਚੁੱਕ ਕੇ ਲਿਜਾ ਰਿਹਾ। ਤੁਸੀਂ ਉਹਨੂੰ ਕਹੋ ਸੁੱਟ ਦੇ, ਉਹ ਕਿਵੇਂ ਸੁੱਟੇ? ਉਹਨੇ ਦੇ ਵੇਚ ਕੇ ਪ੍ਰਸ਼ਾਦਾ ਛਕਣਾ। ਪਰ ਖਿਆਲ ਕਰੋ, ਉਹਦੇ ਤੁਰੇ ਜਾਂਦਿਆਂ ਅੱਗੇ ਸੋਨੇ ਦੀ ਇੱਟ ਪਈ ਹੋਵੇ, ਆਲੇ ਦੁਆਲੇ ਕੋਈ ਵੇਖ ਨਾ ਰਿਹਾ ਹੋਵੇ, ਫਿਰ ਉਹਨੂੰ ਕਹਿਣਾ ਪਏਗਾ ਵੀ ਇਹ ਕਬਾੜ ਸੁੱਟ ਦੇ, ਉਹਦੇ ਹੱਥਾਂ 'ਚੋਂ ਆਪਣੇ ਆਪ ਡਿੱਗ ਪਏਗਾ, ਔਰ ਸੋਨਾ ਉਹਦੇ ਹੱਥਾਂ 'ਚ ਆ ਜਾਏ। ਤੋ ਜਦੋਂ ਉਹ ਮਿਲ ਪੈਂਦਾ ਨਾ ਗੁਰੂ ਦੀ ਕਿਰਪਾ ਨਾਲ, ਇਹ ਸਾਰੇ ਚਸਕੇ ਫਿਰ ਥੱਲੇ ਰਹਿ ਜਾਂਦੇ, ਆਪਣੇ ਆਪ ਛੁੱਟ ਜਾਂਦੇ, ਆਪਣੇ ਆਪ ਡਿੱਗ ਪੈਂਦੇ। ਅਦਰਵਾਈਜ਼ ਖਿਮਾ ਕਰਨਾ ਨਹੀਂ ਡਿੱਗਦੇ। ਅਦਰਵਾਈਜ਼ ਸਾਡੀ ਹਾਲਤ ਉਸ ਕਬਾੜੀ ਵਰਗੀ ਹੁੰਦੀ ਹੈ ਜਿਹੜਾ ਉਹ ਜੰਗਾਲਿਆ ਹੋਇਆ ਸੜਿਆ ਗਲਿਆ ਲੋਹਾ ਕਬਾੜੀ ਕੋਲ ਵੇਚ ਕੇ 8 ਰੁਪਏ 10 ਰੁਪਏ 20 ਰੁਪਏ ਕਿਲੋ, ਤੇ ਉਹਨੇ ਵਾਹਦਾਈ ਕਿਸੇ ਢਾਬੇ ਦੇ ਉੱਤੇ ਜਾਣਾ। ਇਸ ਵਾਸਤੇ ਪੂਰਾ ਗੁਰੂ ਮਿਲੇ ਤੇ ਭਾਈ ਕਾਮਯਾਬੀ ਮਿਲਦੀ ਹੈ। ਤਾਂ ਪੂਰਾ ਗੁਰੂ ਸਾਨੂੰ ਮਿਲਿਆ ਹੋਇਆ। ਹੁਣ ਅਸਲ ਮਿਲਣਾ ਕੀ ਹੈ ਪਿਆਰਿਓ? ਅਸਲ ਮਿਲਣਾ ਹੈ, ਅਸੀਂ ਬੜੇ ਬੜੇ ਬੇਸ਼ਕੀਮਤੀ ਬਸਤਰ, ਬੜੇ ਬੜੇ ਬੇਸ਼ਕੀਮਤੀ ਦੋਸ਼ਾਲੇ ਰਮਾਲੇ ਹਜ਼ੂਰ ਨੂੰ ਅਰਪਣ ਕਰਨੇ ਆ। ਭਾਗਾਂ ਵਾਲੇ ਨੇ ਜਿਹੜੇ ਆਪਣੀ ਮਾਇਆ ਸਫਲੀ ਕਰਦੇ ਨੇ। ਪਰ ਹੁਣ ਵਕਤ ਆ ਗਿਆ ਹੈ, ਸੋਹਣੇ ਦਸ਼ਾਲੇ ਮਹਾਰਾਜ ਦੀ ਤਾਬਿਆ ਬੈਠ ਕੇ ਹਟਾਓ ਔਰ ਅੰਦਰੋਂ ਦਰਸ਼ਨ ਕਰੀ। ਗੁਰੂ ਨਾਲ ਸਾਡਾ ਇਸ ਤਰ੍ਹਾਂ ਰਾਸਤਾ ਬਣੇ। ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਔਰ ਇਹ ਹੋ ਸਕਦਾ ਹੈ ਵੀ ਗੁਰੂ ਸਾਡਾ ਗ੍ਰੰਥ ਸਾਹਿਬ ਹੋਵੇ, ਅਸੀਂ ਜ਼ਿੰਦਗੀ 'ਚ ਇੱਕ ਵਾਰਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕੰਮਲ ਦਰਸ਼ਨ ਨਾ ਕੀਤੇ ਹੋਣ। ਇਹ ਦਰਸ਼ਨ ਨਹੀਂ ਨਾ ਜਿਹਨੂੰ ਅਸੀਂ ਦਰਸ਼ਨ ਸਮਝਦੇ ਆ। ਆਏ ਗੋਲਕ 10 ਰੁਪਏ ਪਾਏ, ਉਧਰੋਂ ਦੀ ਐ ਗੇੜਾ ਦਿੱਤਾ, ਇੱਥੇ ਜਿਹੜਾ ਰਾਗੀ ਢਾਡੀ ਪ੍ਰਚਾਰਕ ਲੱਗਾ 10 20 50 ਇਹਨੂੰ ਰੱਖਣੇ ਨੇ ਰੱਖੇ, ਮੱਥਾ ਟੇਕਿਆ, 2 ਮਿੰਟ ਬਹਿਣਾ ਬਹਿ ਗਏ, ਨਹੀਂ ਤੇ ਸ਼ੁਭ ਮੰਤਰ। ਇਹ ਦਰਸ਼ਨ ਨਹੀਂ। ਦਰਸ਼ਨ ਕੀ ਨੇ? ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਹਜ਼ੂਰ ਕਹਿੰਦੇ ਨੇ ਡਿੱਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ। ਹੁਣ ਜਦੋਂ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਨੇ, ਪੜਪੂੰਜਾ ਮਹਾਰਾਜ ਦੇ ਸੀਸ 'ਚ ਤਤੀ ਰੇਤਾ ਪਾਉਂਦਾ, ਤੇ ਉਹਨੇ ਵੀ ਤੇ ਵੇਖ ਕੇ ਪਾਇਆ ਹੋਵੇਗਾ ਨਾ। ਬਿਨਾਂ ਵੇਖਿਆ ਤੋਂ ਤੇ ਉਹ ਸੀਸ 'ਚ ਪੈਣਾ ਨਹੀਂ ਸੀ, ਅੱਗੇ ਪਿੱਛੇ ਹੋ ਜਾਣਾ ਸੀ। ਵੇਖਿਆ ਤੇ ਉਹਨੇ ਵੀ ਸੀ। ਜੇ ਸਿਰਫ ਵੇਖਣ ਨਾਲ ਪਾਰ ਉਤਾਰਾ, ਫਿਰ ਤੇ ਪੜਪੂੰਜੇ ਦਾ ਵੀ ਹੋ ਗਿਆ ਹੋਣਾ। ਨਹੀਂ, ਏਦਾਂ ਨਹੀਂ। ਗੁਰੂ ਨੂੰ ਸਮਝਣਾ, ਗੁਰੂ ਨੂੰ ਫੋਲੋ ਕਰਨਾ। ਹੁਣ ਤੇ ਸਰੀਰ ਸਾਡਾ ਗੁਰੂ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਨੇ। ਸਿਰਫ ਵਾਹਿਦ ਇੱਕ ਸਿੱਖ ਕੌਮ ਇਸ ਤਰ੍ਹਾਂ ਦੀ ਕੌਮ ਹੈ ਜਿੱਥੇ ਵਰਡਿੰਗ ਨੂੰ, ਜਿੱਥੇ ਸਾਹਿਤ ਨੂੰ, ਜਿੱਥੇ ਗਿਆਨ ਨੂੰ, ਜਿੱਥੇ ਸ਼ਬਦਾਂ ਨੂੰ ਗੁਰੂ ਕਿਹਾ ਗਿਆ, ਬਾਣੀ ਨੂੰ ਗੁਰੂ ਕਿਹਾ ਗਿਆ। ਹੋਰ ਸਾਰੇ ਸਤਿਕਾਰ ਕਰਦੇ ਨੇ,
ਉਹ ਲੋਕ ਕੁਰਾਨ ਸ਼ਰੀਫ ਦਾ, ਬਾਈਬਲ ਦਾ, ਤੌਰੇਤ ਦਾ, ਤ੍ਰਿਪਿਟਕ ਗ੍ਰੰਥ ਬੋਧੀਆਂ ਦਾ, ਵੇਦ ਨੇ 4 ਸਨਾਤਨ ਧਰਮ, ਸਾਰੇ ਰਿਸਪੈਕਟ ਕਰਦੇ ਨੇ, ਪੜ੍ਹਦੇ ਨੇ, ਪ੍ਰਚਾਰਦੇ ਨੇ, ਪਰ ਕਿਸੇ ਵੀ ਕੌਮ ਵਿੱਚ ਕਿਸੇ ਗ੍ਰੰਥ ਨੂੰ ਗੁਰੂ ਦੀ ਉਪਾਧੀ ਪ੍ਰਾਪਤ ਨਹੀਂ ਹੈ, ਸਿਰਫ ਸਿੱਖੀਜ਼ਮ ਨੂੰ ਛੱਡ ਕੇ। ਜਿਸ ਕੌਮ ਦਾ ਗੁਰੂ ਲਿਟਰੇਚਰ ਹੋਵੇ, ਸਾਹਿਤ ਹੋਵੇ, ਔਰ ਉਹਨੂੰ ਸਾਹਿਤ ਪੜ੍ਹਨ ਦਾ ਕੋਸੀ ਨਾ ਹੋਵੇ, ਉਹ ਇੱਕ ਪੰਨਾ ਵੀ ਦਿਹਾੜੀ ਦੇ ਵਿੱਚ ਨਾ ਪੜ੍ਹੇ ਤੇ ਉਹ ਊਬ ਜਾਏ, ਫਿਰ ਕਿੱਦਾਂ ਗੱਲ ਬਣੇਗੀ ਭਾਈ? ਤੇਰਾ ਤੇ ਗੁਰੂ ਹੀ ਗਿਆਨ ਹੈ, ਤੇਰਾ ਤੇ ਗੁਰੂ ਹੀ ਸ਼ਬਦ ਹੈ, ਤੇ ਸ਼ਬਦਾਂ ਨਾਲ ਤੂੰ ਆਪਣਾ ਰਾਸਤਾ ਬਣਾ। ਖੈਰ ਗੁਰੂ ਭਲੀ ਕਰੇ। ਸਾਧ ਮਿਲੈ ਸਿੱਧ ਪਾਈਐ, ਕੇ ਇਹ ਜੋਗ ਕੇ ਭੋਗ, ਦੂ ਮਿਲ ਕਾਰਜ ਉਪਜੈ। ਜੇ ਦੋ ਇਕੱਠੇ ਹੋਣ ਤੇ ਫਿਰ ਕਾਰਜ ਰਾਸ ਹੁੰਦਾ। ਕਿਹੜਾ ਕਾਰਜ? ਉਹ ਕਾਰਜ ਜਿਹਦੇ ਨਾਲ ਅਹੰਕਾਰ ਖਤਮ ਹੁੰਦਾ ਹੈ, ਨਾਮ ਅੰਦਰ ਟਿਕਦਾ ਹੈ, ਜੀਵਨ ਸਫਲ ਹੁੰਦਾ ਹੈ। ਇਹ ਤਾਂ ਹੁੰਦਾ ਜੇ ਦੋ ਇਕੱਠੇ ਹੋ। ਹੁਣ ਵੇਖੋ, ਇਹ ਜਿਹੜਾ ਲਿਖਿਆ ਦੂ ਮਿਲ ਕਾਰਜ ਉਪਜੈ, ਅਸੀਂ ਪੜ੍ਹ ਲਈਏ, ਸਹਿਜ ਪਾਠ ਕਰਦੇ ਹਾਂ, ਖੰਡ ਪਾਠ ਕਰਦੇ ਹਾਂ, ਕਿਵੇਂ ਪਤਾ ਲੱਗੇਗਾ ਵੀ ਕਿਹੜੇ ਦੋ ਇਕੱਠੇ ਹੋਣ ਤੇ ਕਾਰਜ ਉਪਜਦਾ? ਪਿਆਰਿਓ, ਇਹ ਗੱਲਾਂ ਗੁਰਬਾਣੀ ਪਾਠ ਨਾਲ ਨਹੀਂ ਖੁੱਲਦੀਆਂ, ਇਹ ਗੱਲਾਂ ਢਾਡੀ ਪ੍ਰਸੰਗ ਨਾਲ ਵੀ ਨਹੀਂ ਖੁੱਲਦੀਆਂ, ਇਹ ਗੱਲਾਂ ਕੀਰਤਨ ਨਾਲ ਵੀ ਨਹੀਂ ਖੁੱਲਦੀਆਂ। ਮੈਨੂੰ ਖਿਮਾ ਕਰ ਦੇਣਾ, ਇਹ ਗੱਲਾਂ ਸਿਰਫ ਸ਼ਬਦ ਵਿਚਾਰ ਨਾਲ ਹੀ। ਜੇ ਸ਼ਬਦ ਦੀ ਵਾਰੀ ਹੈ, ਉਹਦੇ ਚ ਵਿਚਾਰਵਾਨ ਦਾ ਇਹ ਫਰਜ਼ ਬਣ ਜਾਂਦਾ ਹੈ ਵੀ ਉਹ ਉਹਨੂੰ ਖੋਲੇ ਵੀ ਆਖਰ ਇਹ ਕਿਹੜੇ ਦੋ ਨੇ ਜਿਨ੍ਹਾਂ ਦੇ ਇਕੱਠੇ ਹੋਣ ਨਾਲ ਕਾਰਜ ਰਾਸ ਹੁੰਦਾ। ਹੋਰ ਕਿਸੇ ਕੰਮ 'ਚ ਗੱਲ ਨਹੀਂ ਖੁੱਲੇਗੀ। ਕਿਹੜੇ ਦੋ ਇਕੱਠੇ ਹੋਣ ਤੇ ਕਾਰਜ ਰਾਸ ਹੋ ਜਾਂਦਾ? ਗੁਰੂ ਦਾ ਸ਼ਬਦ, ਚੇਲੇ ਦੀ ਸੁਰਤ, ਸੁਰਤ, ਧਿਆਨ, ਇਕਾਗਰਤਾ। ਜੇ ਉਹ ਨਹੀਂ ਤੇ ਬਾਤ ਨਹੀਂ ਬਣਦੀ। ਤੋ ਧਿਆਨ ਸ਼ਬਦ ਦੇ ਵਿੱਚ ਜੁੜ ਜਾਏ, ਸ਼ਬਦ ਦਾ ਪ੍ਰਸਾਰ ਹੋ ਰਿਹਾ, ਸਾਡਾ ਧਿਆਨ ਲਾਂਭੇ ਚਲਾ ਗਿਆ, ਕ੍ਰਾਂਤੀ ਨਹੀਂ ਵਾਪਰੇਗੀ। ਤੁਸੀਂ ਸੁਰਤ ਟਿਕਾ ਕੇ ਸੰਗਤ 'ਚ ਬੈਠੇ ਹੋ, ਸੰਗਤ ਵਿੱਚ ਕੋਈ ਐਕਟੀਵਿਟੀ ਨਹੀਂ ਹੋ ਰਹੀ, ਨਾ ਪਾਠ ਹੋ ਰਿਹਾ, ਨਾ ਕੀਰਤਨ, ਨਾ ਕਥਾ। ਹੁਣ ਸੁਰਤ ਕੱਲੀ ਵੀ ਵਿਚਾਰੀ ਕੁਛ ਨਹੀਂ ਕਰ ਸਕੇਗੀ। ਸੁਰਤ ਭਾਂਡਾ ਹੈ, ਸ਼ਬਦ ਪਦਾਰਥ ਹੈ। ਇਹਨਾਂ ਨੂੰ ਭਗਤ ਨਾਮਦੇਵ ਸਾਹਿਬ ਸੋਨੇ ਕੀ ਸੂਈ, ਰੂਪੇ ਕਾ ਧਾਗਾ ਕਹਿੰਦੇ। ਔਰ ਧਿਆਨ ਜੋੜਨ ਲਈ ਇਹ ਬੜਾ ਜ਼ਰੂਰੀ ਹੈ ਵੀ ਆਪਣੇ ਮਨ ਨੂੰ ਬਾਜ ਕਰਨਾ, ਬੜੀ ਇਹਤਿਆਤ ਰੱਖਣੀ ਪੈਂਦੀ ਹੈ। ਕੱਪੜੇ ਸਿਉਣ ਲੱਗਿਆ ਜਿਹੜੀ ਉੱਪਰ ਵਾਲੀ ਰੀਲ ਹੈ, ਬੈਠੇ ਆ ਨਾ ਸੰਗਤ 'ਚ, ਵੀ ਚਲੋ ਭਾਈ 5 ਮਿੰਟ ਵਾਗਰੂ ਵਾਗਰੂ ਕਰੀਏ, ਮੈਂ ਅੱਗੇ ਬੋਲਾਂ, ਤੁਸੀਂ ਪਿੱਛੇ ਬੋਲ। ਹੁਣ ਤੁਹਾਡੇ ਵਿੱਚੋਂ ਇੱਕ ਨਾ ਬੋਲ ਰਿਹਾ ਹੋਵੇ ਨਾ, ਧਿਆਨ ਦੇ ਆ ਜੇ, ਤੇ ਨਾਲ ਬੈਠੇ ਨੂੰ ਪਤਾ ਲੱਗ ਜਾਏਗਾ ਵੀ ਇਹ ਤੇ ਵਾਗਰੂ ਕਹਿ ਹੀ ਨਹੀਂ ਰਿਹਾ, ਪਤਾ ਲੱਗ ਜਾਂਦਾ ਨਾ। ਕੱਪੜੇ ਸਿਉਣ ਵਾਲੀ ਮਸ਼ੀਨ ਦੇ ਉੱਤੇ ਜਿਹੜੀ ਰੀਲ ਹੈ ਨਾ, ਉਹ ਜ਼ੁਬਾਨ ਦਾ ਕੰਮ ਕਰਦੀ ਹੈ। ਜੇ ਕੋਈ ਬੋਲ ਰਿਹਾ ਤੇ ਪਤਾ ਲੱਗ ਰਿਹਾ, ਨਹੀਂ ਬੋਲ ਰਿਹਾ ਤੇ ਪਤਾ ਲੱਗ ਰਿਹਾ, ਰੀਲ ਮੁੱਕ ਗਈ ਹੈ। ਕੋਲ ਬੈਠਾ ਵੀ ਕੋਈ ਦੱਸ ਦੇਗਾ, ਮਹਾਰਾਜ ਰੀਲ ਮੁੱਕ ਗਈ ਜੇ। ਪਰ ਕੱਪੜੇ ਸਿਉਂਦਿਆਂ 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 ਫਿਰਕੀ ਦਾ ਧਾਗਾ ਕਦੋਂ ਖਤਮ ਹੁੰਦਾ ਹੈ, ਇਹ ਤੇ ਉਹਨੂੰ ਆਪਰੇਟ ਕਰਨ ਵਾਲੇ ਨੂੰ ਵੀ ਕਈ ਵਾਰ ਪਤਾ ਉਦੋਂ ਹੀ ਲੱਗਦਾ ਜਦੋਂ ਮੁੱਕ ਜਾਂਦਾ। ਫਿਰਕੀ ਕੀ ਹੈ? ਸਾਡੀ ਸੁਰਤ, ਸਾਡਾ ਧਿਆਨ, ਸਾਡਾ ਮਨ। ਫਿਰਕੀ ਦਾ ਧਾਗਾ ਨਾ ਹੋਵੇ, ਰੀਲ ਦਾ ਧਾਗਾ ਹੋਵੇ, ਕੱਪੜਾ ਨਹੀਂ ਸੀਪਦਾ। ਰੀਲ ਦਾ ਧਾਗਾ ਹੋਵੇ, ਫਿਰਕੀ ਦਾ ਨਾ ਹੋਵੇ, ਕੱਪੜਾ ਤਾਂ ਵੀ ਨਹੀਂ ਸੀਪਦਾ। ਦੋਵੇਂ ਹੋਣੇ ਚਾਹੀਦੇ ਨੇ। ਅੰਦਰ ਟੈਲੀਵਿਜ਼ਨ ਵੀ ਹੋਣਾ ਚਾਹੀਦਾ, ਬਾਹਰ ਡਿਸ਼ ਵੀ ਹੋਣੀ ਚਾਹੀਦੀ। ਸਾਡਾ ਕੰਨ ਵੀ ਸੁਣੇ, ਸਾਡਾ ਮਨ ਵੀ ਸੁਣੇ। ਦੋਵੇਂ ਸੁਣਨ, ਫਿਰ ਕ੍ਰਾਂਤੀ ਆਉਂਦੀ ਹੈ, ਅਦਰਵਾਈਜ਼ ਨਹੀਂ ਆਉਂਦੀ। ਇਸ ਵਾਸਤੇ ਭਾਈ ਗੁਰੂ ਦਾ ਸ਼ਬਦ, ਚੇਲੇ ਦੀ ਸੁਰਤ, ਦੂ ਮਿਲ ਕਾਰਜ ਉਪਜੈ। ਕਿਹੜਾ ਕਾਰਜ ਉਪਜਦਾ? ਵੇਖੋ ਕਿੱਡੇ ਸੋਹਣੇ ਬਚਨ ਨੇ। ਰਾਮ ਨਾਮ ਸੰਜੋਗ। ਇੱਕ ਹੁੰਦਾ ਸੰਜੋਗ, ਇੱਕ ਹੁੰਦਾ ਵਿਜੋਗ। ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਆਹ ਕਾਰਾਂ ਨਹੀਂ ਜਿਹੜੀਆਂ ਬਾਹਰ ਖੜੀਆਂ, ਇਹ ਵੀ ਮੈਂ ਅਰਜ਼ ਕਰਦਿਆਂ ਕਈ ਵਾਰ ਨਾ ਉਹਨੂੰ, ਉਹ ਹੁਣ ਜਿਸ ਤਰ੍ਹਾਂ ਬਾਣੀ ਵਿੱਚ ਆਉਂਦਾ, ਤੂੰ ਮੇਰਾ ਗੁਰ ਹਾਈ। ਤੇ ਹੁਣ ਹਾਈ ਇੰਗਲਿਸ਼ ਦਾ ਸ਼ਬਦ ਹੈ, ਤੇ ਵੇਖੋ ਜੀ ਮਹਾਰਾਜ ਨੇ ਬਾਣੀ 'ਚ ਇੰਗਲਿਸ਼ ਵੀ ਯੂਜ਼ ਕੀਤੀ ਹੈ। ਨਹੀਂ, ਇੰਗਲਿਸ਼ ਨਹੀਂ ਯੂਜ਼ ਕੀਤੀ। ਉਹ ਹਾਈ ਸ਼ਬਦ ਪੰਜਾਬੀ ਦਾ ਹੀ ਹੈ, ਅਰਥ ਉੱਥੇ ਵੀ ਉਹਦੇ ਉੱਚਾ ਹੀ, ਪਰ ਉਹ ਅੰਗਰੇਜ਼ੀ ਦਾ ਸ਼ਬਦ ਨਹੀਂਗਾ। ਇਹ ਕਾਰ ਸ਼ਬਦ ਇੰਗਲਿਸ਼ ਦਾ ਹੈ, ਪਰ ਇਹ ਇਸ ਕਾਰ ਵਾਸਤੇ ਕਾਰ ਸ਼ਬਦ ਨਹੀਂ ਆਇਆ। ਕਾਰਜ ਜਿਹੜਾ ਉਪਜਦਾ ਹੈ, ਇਹ
ਹੋਰ ਕਾਰਜ ਵਾਸਤੇ ਹੈ। ਇਸੇ ਤਰ੍ਹਾਂ ਹੋਰ ਕਈ ਬਚਨ ਨੇ, ਖੈਰ ਉਹ ਵੱਖਰਾ ਵਿਸ਼ਾ ਹੈ। ਰਾਮ ਨਾਮ ਸੰਜੋਗ ਦੂ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ, ਰਾਮ ਨਾਮ ਸੰਜੋਗ ਬਣ ਜਾਂਦਾ ਹੈ, ਫਿਰ ਅੰਦਰ ਸੁਰਤ ਦੇ ਵਿੱਚ ਸ਼ਬਦ ਜਿਹੜਾ ਹੈ ਉਹ ਟਿਕਦਾ ਹੈ, ਅਦਰਵਾਈਜ਼ ਨਹੀਂ ਟਿਕਦਾ। ਸਾਥੀ, ਇਹਦੇ ਵਿੱਚ ਗੁਰੂ ਦੀ ਸਹਾਇਤਾ ਦੀ ਬੜੀ ਜ਼ਰੂਰਤ, ਲਾਜ਼ਮੀ। ਹੁਣ ਅੰਤ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਇਹ ਜਿਹੜੀ ਗੁਰਬਾਣੀ ਹੈ ਨਾ, ਇਹਨੂੰ ਸਿਰਫ ਇੱਕ ਕਵਿਤਾ ਨਾ ਸਮਝ ਲੈਣਾ, ਇਹਨੂੰ ਸਿਰਫ ਸ਼ਾਇਰੀ ਨਾ ਸਮਝ ਲੈਣਾ, ਇਹਨੂੰ ਸਿਰਫ ਗੀਤ ਨਾ ਸਮਝ ਲੈਣਾ। ਇਹਦੇ ਵਿੱਚ ਬ੍ਰਹਮ ਗਿਆਨ ਹੈ। ਕਵਿਤਾਵਾਂ ਤੇ ਬਹੁਤ ਨੇ ਪਿਆਰੋ, ਵੇਖੋ ਤੁਸੀਂ, ਬੜੇ ਬੜੇ ਚੰਗੇ ਜਿਹੜੇ ਸੰਗੀਤਕਾਰ ਨੇ, ਗਵਈਏ ਨੇ, ਉਹਨਾਂ ਦੇ ਗਾਣੇ ਆਉਂਦੇ ਨੇ, ਬੜੇ ਮਸ਼ਹੂਰ ਹੁੰਦੇ ਨੇ। ਕਈ ਤੇ ਇਸ ਤਰ੍ਹਾਂ ਦੇ ਆਉਂਦੇ ਨੇ ਵੀ ਜਿੱਥੇ ਜਾਓ ਉੱਥੇ ਉਹ ਹੀ ਚੱਲਦੇ ਨੇ। ਉਹਨਾਂ ਦਾ ਦੌਰ ਹੁੰਦਾ ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ, ਪਰ ਆਖਰ ਉਹ ਫਲਾਪ ਹੋ ਜਾਂਦੇ। ਹੌਲੀ ਹੌਲੀ ਲੋਕ ਉਹਨਾਂ ਨੂੰ ਭੁੱਲ ਜਾਂਦੇ। ਪਰ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਹੈ ਤੇ ਹਜ਼ੂਰ ਕਹਿੰਦੇ ਨੇ, ਸਾਹਿਬ ਮੇਰਾ ਨੀਤ ਨਵਾਂ। ਕਿੰਨੇ ਅਖੰਡ ਪਾਠ ਅਸੀਂ ਕਰਾਉਂਦੇ ਹਾਂ, ਸਹਿਜ ਪਾਠ, ਕੀਰਤਨ, ਆਸਾ ਕੀ ਵਾਰ ਦਾ ਰੋਜ਼ ਹੁੰਦਾ, ਜਪਜੀ ਰੋਜ਼ ਪੜ੍ਹਨੇ ਆ, ਰਹਿ ਰਾਸ ਰੋਜ਼ ਪੜ੍ਹਨੇ ਆ। ਕੋਈ ਮਨ ਉਚਾਟ ਹੁੰਦਾ? ਜਿੰਨੀ ਪੜ੍ਹੀ ਜਾਈਏ ਉਹਨਾਂ ਹੋਰ ਆਨੰਦ ਆਈ ਜਾਂਦਾ, ਜਿੰਨੀ ਪੜ੍ਹੀ ਜਾਈਏ ਹੋਰ ਆਨੰਦ ਆਈ ਜਾਂਦਾ। ਕਿਉਂਕਿ ਸਧਾਰਨ ਸ਼ਾਇਰੀ ਨਹੀਂ, ਇਹ ਸਧਾਰਨ ਕਵਿਤਾਵਾਂ ਨਹੀਂ, ਪਰ ਲੋਕ ਸਮਝ ਲੈਂਦੇ ਨੇ ਵੀ ਇਹ ਤੇ ਗੀਤ ਟਾਈਪ ਹੈ। ਹਜ਼ੂਰ ਕਹਿੰਦੇ ਨੇ, ਲੋਕ ਜਾਣੇ ਇਹ ਗੀਤ ਹੈ। ਮਾਰੇ ਫਿਰ ਇਹ ਕੀ ਹੈ? ਮਾਰੇ ਕਹਿੰਦੇ ਇਹ ਤਾਂ ਬ੍ਰਹਮ ਵਿਚਾਰ। ਭਾਈ ਇਹ ਗੀਤ ਨਹੀਂ, ਇਹ ਪ੍ਰਮਾਤਮਾ ਦੀ ਵਿਚਾਰ। ਜਿੱਥੇ ਜਾਣਾ ਹੋਵੇ ਨਾ, ਉਹਦੀ ਪਹਿਲਾਂ ਵਿਚਾਰ ਕਰਨੀ ਹੁੰਦੀ। ਕੈਨੇਡਾ ਜਾਣਾ ਹੈ ਜੀ, ਰੂਟ ਕਿਹੜੇ ਤੋਂ ਜਾਈਏ, ਦਿੱਕਤਾਂ ਕੀ ਆਉਂਦੀਆਂ ਨੇ, ਬਸਤਰ ਕਿਵੇਂ ਦੇ ਲੈ ਕੇ ਜਾਈਏ, ਕੋਈ ਨਾਲ ਦਵਾਈ ਲਿਜਾਣ ਦੀ ਲੋੜ ਹੈ। ਅਸੀਂ ਜਿੱਥੇ ਜਾਣਾ ਹੋਵੇ ਉਹਦੇ ਬਾਰੇ ਪਹਿਲਾਂ ਸੁਣਨੇ ਆ, ਫਿਰ ਚਾਹ ਪੈਦਾ ਹੁੰਦਾ। ਇਸੇ ਤਰ੍ਹਾਂ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਉ ਪੈਦਾ ਹੁੰਦਾ। ਹੁਣ ਇਹ ਜਿਹੜੀ ਅਵਸਥਾ ਬਣਦੀ ਏ, ਇਹ ਹਜ਼ੂਰ ਕਹਿੰਦੇ ਨੇ ਵੀ ਇਹਨੂੰ ਗੀਤ ਨਾ ਸਮਝੋ, ਇਹ ਬ੍ਰਹਮ ਦੀ ਵਿਚਾਰ ਹੈ। ਲੋਕ ਜਾਣਦਾ ਇਹ ਗੀਤ ਹੈ। ਇੱਕ ਵਾਰੀ ਤੁਸੀਂ ਵੀ ਰਸਨਾ ਪਵਿੱਤਰ ਕਰੋ ਤੇ ਆਖੋ, ਇਹ ਤੋ ਬ੍ਰਹਮ ਵਿਚਾਰ, ਇਹ ਤੋ ਬ੍ਰਹਮ ਵਿਚਾਰ, ਇਹ ਤੋ। ਲੋਗ ਜਾਣੈ ਇਹ ਗੀਤ ਹੈ, ਲੋਗ ਜਾਣੈ ਇਹ ਗੀਤ ਹੈ। ਜੀ ਲੋਗ ਜਾਣੈ ਇਹ ਗੀਤ ਹੈ, ਲੋਗ ਜਾਣੈ ਇਹ ਗੀਤ ਹੈ। ਇਹ ਤੋ ਬ੍ਰਹਮ ਵਿਚਾਰ, ਇਹ ਤੋ ਬ੍ਰਹਮ ਵਿਚਾਰ। ਇਹ ਬ੍ਰਹਮ ਵਿਚਾਰ ਹੈ। ਇੱਕ ਉਦਾਹਰਣ ਦਿੱਤੀ ਹੈ, ਇੱਕ ਵਿਸ਼ਵਾਸ ਬਣਿਆ, ਇੱਕ ਮਨੌਤ ਬਣੀ ਹੈ ਵੀ ਸਨਾਤਨ ਧਰਮ ਵਿੱਚ ਨਾ ਇੱਕ ਆਰਾ ਰੱਖਿਆ ਉਹਨਾਂ, ਔਰ ਇਹ ਗੱਲ ਫੈਲਾਈ ਗਈ ਹੈ ਵੀ ਜਿਹੜਾ ਆਪਣਾ ਸਭ ਕੁਝ ਦਾਨ ਕਰਕੇ, ਜਿੰਨੀ ਪ੍ਰੋਪਰਟੀ ਹੈ, ਇਥੋਂ ਤੱਕ ਇਸਤਰੀ ਦਾਨ ਤੱਕ ਦਾ ਜ਼ਿਕਰ ਹੈ। ਸਹਿਜਾ ਨਾਰੀ ਭੂਮ ਦਾ ਐਸੋ ਦਾਨ ਨਿਤ ਨਿਤੈ ਕੀਜੈ। ਸਭ ਕੁਝ ਦਾਨ ਕਰਕੇ ਫਿਰ ਪਤਾ ਕੀ ਕਰਨਾ, ਫਿਰ ਆਪਣੇ ਆਪ ਨੂੰ ਉਸ ਆਰੇ ਨਾਲ ਚਿਰਵਾਣਾ। ਉੱਥੇ ਉਹ ਆਰਾ ਦਿਖਾਉਂਦੇ ਨੇ, ਤੁਸੀਂ ਜਾਓ ਤੇ ਪੰਡੇ ਉਹ ਦਿਖਾਉਂਦੇ ਵੀ ਆਹ ਆਰਾ ਜਿਹੜਾ ਮੁਕਤੀ ਦਿੰਦਾ। ਹੁਣ ਇਹਦੇ ਪਿੱਛੇ ਸੋਚ ਕੀ ਸੀ? ਬੰਦਾ ਸਭ ਕੁਝ ਦੇ ਪਵੇ ਤੇ ਮਗਰੋਂ ਹੋਸ਼ ਆਵੇ ਵੀ ਮਨਾ ਤੂੰ ਤੇ ਗਲਤੀ ਕਰ ਬੈਠਾ, ਡਾਂਗ ਲੈ ਕੇ ਉੱਥੇ ਅੱਪੜ ਜਾਏ। ਉਹਨਾਂ ਆਰਾ ਰੱਖਿਆ ਵੀ ਇਹਦੇ ਨਾਲ ਚਿਰਵਾਓਗੇ ਤੇ ਮੁਕਤ ਹੋਵੇਗੀ, ਨਾ ਰਹੇਗਾ ਬਾਂਸ ਔਰ ਨਾ ਬਜੇਗੀ ਬਾਂਸੁਰੀ, ਮੁੱਦਾ ਹੀ ਖਤਮ ਕਰ ਦਿਓ। ਔਰ ਉਹਦੇ ਇਹ ਸਾਰੀ ਪ੍ਰੋਸੈਸਿੰਗ ਦੇ ਵਿੱਚ ਫਿਰ ਉਹ ਇੱਕ ਵਿਸ਼ੇਸ਼ ਉਪਦੇਸ਼ ਦਿੰਦੇ, ਕਹਿੰਦੇ ਹੁਣ ਤੈਨੂੰ ਮਰਨ ਤੋਂ ਬਾਅਦ ਮੁਕਤੀ ਮਿਲ ਜਾਏਗੀ। ਮਹਾਰਾਜ ਕਹਿੰਦੇ ਉਹਨਾਂ ਨੂੰ ਤੇ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਤੁਸੀਂ ਕਹਿੰਦੇ ਹੋ ਨਾ,
ਪਰ ਇਹ ਜਿਹੜਾ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਨ ਵਾਲੀ ਗੱਲ ਹੈ ਤੇ ਜੀਵਨ ਮੁਕਤੀ ਕਰ ਦਿੰਦਾ। ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਹੁਣ ਫਿਰ ਕਹਿੰਦੇ ਨੇ ਕੋਈ ਗਾਵੇ ਕੋ ਸੁਣੇ, ਕੋਈ ਨਾਮ ਧਿਆਉਂਦਾ ਹੈ ਰਸਨਾ ਨਾਲ ਔਰ ਕੋਈ ਕੰਨਾਂ ਨਾਲ ਸੁਣਦਾ ਹੈ। ਇੱਥੇ ਨਾਮ ਦੀ ਗੱਲ, ਕੋਈ ਗਾਵੇ ਉਹ ਸੁਣੇ, ਹਰ ਨਾਮਾ ਚਿੱਤ ਲਾਏ। ਗੱਲ ਚਿੱਤ ਦੀ ਹੈ, ਗੱਲ ਫਿਰ ਸੁਰਤ ਦੀ ਹੈ, ਗੱਲ ਫਿਰ ਮਨ ਦੀ ਹੈ, ਗੱਲ ਫਿਰ ਧਿਆਨ ਦੀ ਹੈ। ਤੁਸੀਂ ਵੇਖਿਆ ਵੀ ਧਾਰਮਿਕ ਸਥਾਨਾਂ ਤੇ ਤੁਸੀਂ ਜਾਓ, ਸਭ ਤੋਂ ਘੱਟ ਇਕਾਗਰਤਾ ਕਿਹੜੇ ਧਾਰਮਿਕ ਸਥਾਨਾਂ ਤੇ ਹੈ? ਮੈਨੂੰ ਖਿਮਾ ਕਰ ਦੇਣਾ, ਸਭ ਤੋਂ ਘੱਟ ਇਕਾਗਰਤਾ ਜਿਹੜੀ ਹੈ ਉਹ ਗੁਰਦੁਆਰਿਆਂ ਵਿੱਚ ਹੈ। ਔਰ ਡਿਸਿਪਲਿਨ ਦੇਖਣਾ ਹੋਵੇ ਤੇ ਤੁਸੀਂ ਇਸਲਾਮ ਦਾ ਦੇਖੋ। ਲਾਈਵ ਪ੍ਰੋਗਰਾਮ ਆਉਂਦਾ ਮੱਕੇ ਤੋਂ, ਕਈ ਲੱਖ ਹਾਜੀ ਹੁੰਦੇ ਨੇ, ਮਜਾਲ ਚੂਮ ਹੀ ਹੋ ਜਾ, ਪਿੰਨ ਡ੍ਰੌਪ ਸਾਇਲੈਂਟ। ਕਿਸੇ ਨੂੰ ਕਹਿਣਾ ਨਹੀਂ ਪੈਂਦਾ ਵੀ ਇਦਾਂ ਕਰ। ਜਦੋਂ ਗੋਲਦਾਰੇ 'ਚ ਪਰਿਕਰਮਾ ਕਰਦੇ ਨੇ, ਮੇਰਾ ਖਿਆਲ ਹੈ ਵੀ ਕਈ ਹਜ਼ਾਰਾਂ ਨਹੀਂ, ਜੇ ਮੈਂ ਲੱਖ ਵੀ ਕਹਿਣਾ ਤੇ ਅਤ ਕਥਨੀ ਨਹੀਂ, ਇਕੱਠੇ ਪਰਿਕਰਮਾ ਕਰ ਰਹੇ ਹੁੰਦੇ, ਪਰ ਇੰਜ ਲੱਗਦਾ ਜਿਵੇਂ ਇੱਕ ਵੀ ਵਿਅਕਤੀ ਇੱਥੇ ਮੌਜੂਦ ਨਹੀਂ। ਇਹਨਾਂ ਜ਼ਬਰਦਸਤ ਅਨੁਸ਼ਾਸਨ, ਜ਼ਬਰਦਸਤ ਡਿਸਿਪਲਿਨ। ਔਰ ਡਿਸਿਪਲਿਨ ਦੇ ਮਾਮਲੇ ਸਭ ਤੋਂ ਫਾਟੀ ਜਿਹੜੀ ਕੌਮ ਹੈ ਉਹ ਸਿੱਖੀਜ਼ਮ। ਲੜ ਪੈਣਾ ਵੀ ਅਸੀਂ ਨਹੀਂ ਆਉਂਦੇ ਜੀ, ਜੇ ਗੱਲ ਹੈ ਅਸੀਂ ਭਲਕੇ ਦੂਜੇ ਗੁਰਦੁਆਰੇ ਟੁਰ ਜਾਵਾਂਗੇ। ਪ੍ਰਬੰਧਕ ਵੀ ਸੰਕੋਚ ਕਰਦੇ ਨੇ, ਭਾਈ ਨਾਰਾਜ਼ ਨਾ ਲੋਕਾਂ ਨੂੰ ਕਰ ਲਈ। ਤੋ ਭਾਈ ਇਹ ਅਸਾਂ ਹੀ ਸੁਧਾਰ ਕਰਨਾ ਹੈ, ਹੋਰ ਕਿਸੇ ਨੇ ਦੂਸਰੇ ਸੌਰ ਮੰਡਲ ਤੋਂ ਆ ਕੇ ਨਹੀਂ ਕਰਨਾ। ਅਸੀਂ ਇਹ ਵੇਖੀਏ ਵੀ ਇਹਨੂੰ ਅਸੀਂ ਇਦਾਂ ਲਈਏ ਬਈ ਇਹ ਸਤ ਸੰਗਤ ਸਤਗੁਰ ਚਟਸਾਲ ਹੈ, ਇਸ ਗੱਲ ਨੂੰ ਸਮਝ ਲਈਏ ਬਈ ਇਹ ਮਦਰਸਾ ਹੈ, ਇਹ ਸਕੂਲ ਹੈ, ਇਹ ਕਲਾਸ ਲੱਗੀ ਹੋਈ ਹੈ ਔਰ ਕਲਾਸ ਵਿੱਚ ਡਿਸਟਰਬੈਂਸ ਨਹੀਂ। ਔਰ ਜੇ ਅਸੀਂ ਸਾਰੇ ਚਾਹਾਂਗੇ ਤੇ 100% ਦੀ ਉਮੀਦ ਰੱਖਾਂਗੇ ਤੇ 50% ਤੇ ਆਊਟਪੁੱਟ ਨਿਕਲੇ, ਕੁਛ ਨਾ ਕੁਛ ਤੇ ਸੁਧਾਰ ਹੋਵੇਗਾ। ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਹੁਣ ਪਰਮਗਤ ਅਸੀਂ ਸਮਝਣਾ ਮਰਨ ਤੋਂ ਬਾਅਦ। ਪਰਮਗਤ ਕੀ ਹੈ? ਪਰਮ ਮੈਨੇ ਉੱਚੀ, ਗਤ ਮੈਨੇ ਅਵਸਥਾ। ਉੱਚੀ ਅਵਸਥਾ ਬਣ ਜਾਂਦੀ। ਉੱਚੀ ਅਵਸਥਾ ਕੀ ਹੈ? ਵੀ ਅਸੀਂ ਜ਼ਮੀਨ ਤੋਂ ਉੱਚੀ ਸਾਡੀ ਬਾਡੀ ਹੋ ਜਾਂਦੀ ਹੈ? ਨਹੀਂ, ਸਾਡੀ ਆਈਡੀਓਲੋਜੀ ਚੇਂਜ ਹੋ ਜਾਂਦੀ। ਅਸੀਂ ਅੰਦਰੋਂ ਇੰਨੇ ਸਟਰੋਂਗ ਹੋ ਜਾਂਦੇ ਆ ਵੀ ਸਾਨੂੰ ਛੋਟੇ ਛੋਟੇ ਦੁੱਖ, ਛੋਟੀਆਂ ਛੋਟੀਆਂ ਮੁਸੀਬਤਾਂ ਡਿਸਟਰਬ ਨਹੀਂ ਕਰ ਸਕਦੀ। ਉਹ ਆਉਂਦੀਆਂ ਨੇ, ਟਕਰਾ ਕੇ ਵਾਪਸ ਚਲੀਆਂ ਜਾਂਦੀਆਂ, ਸਾਡਾ ਕੁਝ ਵੀ ਨਹੀਂ ਵਿਗਾੜ ਸਕਦੀਆਂ। ਸਗੋਂ ਅਸੀਂ ਪਹਿਲਾਂ ਨਾਲੋਂ ਵੀ ਸਟਰੋਂਗ ਹੋ ਜਾਂਦੇ ਆ, ਪਾਲਿਸ਼ ਹੋ ਜਾਂਦੇ ਆ। ਇਸ ਤਰ੍ਹਾਂ ਦੀ ਅਵਸਥਾ ਇੱਕ ਬਣਦੀ ਹੈ। ਆਤਮਾ ਬਲਵਾਨ ਹੋ ਜਾਂਦੀ ਹੈ ਕਿਉਂਕਿ ਉਹਦਾ ਭੋਜਨ ਗਿਆਨ ਹੈ, ਉਹਨੂੰ ਉਹਦਾ ਭੋਜਨ ਮਿਲਣਾ ਸ਼ੁਰੂ ਹੋ ਜਾਂਦਾ। ਸੋ ਸਮਾਂ ਸਮਾਪਤ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰਿਓ, ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ। ਸੋ ਭਾਈ ਅੱਜ ਰਾਤ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਵਸ ਦੇ ਮੁੱਖ ਰੱਖਦਿਆਂ ਵਿਸ਼ੇਸ਼ ਕਥਾ ਦਰਬਾਰ ਰੱਖਿਆ ਗਿਆ। ਗਿਆਨੀ ਹਰਿੰਦਰ ਸਿੰਘ ਜੀ ਮਾਝੀ, ਗੁਰਮੁਖ ਪਿਆਰੇ ਗਿਆਨੀ ਸੁਖਵਿੰਦਰ ਸਿੰਘ ਜੀ ਦਦੇਰ, ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਹੋਰ ਹਜ਼ੂਰੀ ਰਾਗੀ ਜਥੇ, ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਵਿਚਾਰਾਂ ਨਾਲ ਨਿਹਾਲ ਕਰਨਗੇ। ਆਪ ਵੀ ਆਵੋ, ਪਰਿਵਾਰਾਂ ਨੂੰ ਵੀ ਲਿਆਵੋ ਔਰ ਗੁਰੂ ਰੂਪ ਸਾਧ ਸੰਗਤ ਜੀ ਆਂਢ ਗੁਆਂਢ ਨੂੰ ਵੀ ਪ੍ਰੇਰ ਕੇ ਲਿਆਵੋ। ਨਾਲੇ ਕੀਰਤਨ ਕਥਾ ਦਾ ਆਨੰਦ ਲਵੋ, ਨਾਲੇ